ਹਾਂਜੀ, ਗੁੱਡ ਈਵਨਿੰਗ ਟੂ एवरीवन। ਵੈਲਕਮ ਬੈਕ ਟੂ ਦਾ ਹਰਬਲਰ। ਤੇ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ JS ਵਿਰਕ ਜੀ ਫਗਵਾੜਾ ਤੋਂ, MBBS, FAMS, FCGP, PGT, GM। ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਇੱਕ ਟੌਪਿਕ ਲੈ ਕੇ ਜੁੜੇ ਹੈਗੇ ਆ ਤਾਂ ਕਿ ਤੁਹਾਨੂੰ ਜਿਹੜੇ ਲੇਟੈਸਟ ਪ੍ਰੋਬਲਮਸ ਚੱਲ ਰਹੀਆਂ ਹੈਗੀਆਂ, ਡਿਸੀਜ਼ਿਸ ਚੱਲ ਰਹੇ ਆ, ਉਹਦੇ ਤੋਂ ਆਪਾਂ ਆਪਣੇ ਆਪ ਨੂੰ ਕਿੱਦਾਂ ਸੇਵ ਕਰਨਾ ਆ। ਤੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈਗਾ ਆ, ਹਾਊ ਕੈਨ ਵੀ ਸੇਵ ਆਵਰਸੈਲਵਸ ਫਰੋਮ ਨਿਊ ਵੇਰੀਐਂਟ COVID-19। ਤੇ ਕਿਵੇਂ ਆਪਾਂ ਜਿਹੜੇ COVID-19 ਦੇ ਨਵੇਂ ਰੂਪ ਆ ਰਹੇ ਆ ਉਹਨਾਂ ਨੂੰ ਆਪਾਂ ਕਿਸ ਰਿਗਾਰਡਿੰਗ ਉਹਨਾਂ ਤੋਂ ਆਪਾਂ ਸੇਵ ਹੋ ਸਕਦੇ ਆ, ਆਪਣਾ ਕਿਵੇਂ ਬਚਾਅ ਕਰ ਸਕਦੇ ਆ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਵੈਲਕਮ ਟੂ ਆਲ ਮੇਰੇ ਪਿਆਰੇ ਭੈਣੋ ਤੇ ਭਰਾਵੋ। ਅੱਜ ਅਸੀਂ ਇੱਕ ਨਵਾਂ ਟੌਪਿਕ ਜਿਹੜਾ ਕਿ ਬਹੁਤ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਉਹ ਲੈ ਕੇ ਹਾਜ਼ਰ ਹੋਏ ਹਾਂ। ਹਾਊ ਕੈਨ ਵੀ ਸੇਵ ਆਵਰਸੈਲਵਸ ਫਰੋਮ ਨਿਊ ਵੇਰੀਐਂਟ COVID-19। ਇਹ ਜਿਹੜਾ ਨਵਾਂ ਵੇਰੀਐਂਟ ਕੋਵਿਡ ਦਾ ਆਇਆ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਇਸ ਨਵੇਂ ਵੇਰੀਐਂਟ, ਨਵੇਂ ਰੂਪ ਦੇ ਨਾਂ ਨੂੰ ਓਮੀਕਰੋਨ ਕਿਹਾ ਹੈ। ਇਹਦੀਆਂ ਮੋਟੇਸ਼ਨਸ, ਇਹਦੇ ਬਦਲਾਅ ਜੋ ਹੈ ਇਹਦੀ ਸਟਰਕਚਰ ਦੇ ਵਿੱਚ ਉਹ ਬਹੁਤ ਬਦਲਾਅ ਹੋਏ ਹਨ। ਔਰ ਵੈਸੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਵਾਇਰਸਿਸ ਪਹਿਲਾਂ ਕੋਵਿਡ ਆ ਚੁੱਕੇ ਆ ਉਹਨਾਂ ਦਾ ਸਾਰਿਆਂ ਦਾ ਹੀ ਮੋਟੇਸ਼ਨ ਜਿਹੜੀ ਹੈ, ਉਹਨਾਂ ਦਾ ਰੂਪ ਜਿਹੜਾ ਬਦਲਦਾ ਹੈ ਉਹ ਇੱਕ ਨਾਰਮਲ ਜਿਹੀ ਗੱਲ ਹੈਗੀ ਆ। ਤੇ ਜਿਹੜਾ ਇਹ ਰੂਪ ਬਦਲਿਆ ਹੈਗਾ ਆ ਇਹਦੇ ਵਿੱਚ ਅਖਬਾਰਾਂ ਨੇ ਔਰ ਮੀਡੀਆ ਨੇ ਇਹਨੂੰ ਬਹੁਤ ਮਤਲਬ ਅੱਛੀ ਤਰ੍ਹਾਂ ਇਹਨੂੰ ਮਤਲਬ ਲਿਆ ਹੈ, ਇੱਕਦਮ ਇਹਦੇ ਉੱਤੇ ਰਿਐਕਟ ਕੀਤਾ ਹੈ ਔਰ ਇਹਦੇ ਨਾਲ ਸਾਰੇ ਸੰਸਾਰ ਦੇ ਵਿੱਚ ਇੱਕ ਤਰ੍ਹਾਂ ਦੀ ਖਲਬਲੀ ਜਿਹੀ ਮਚ ਗਈ ਹੈਗੀ ਆ। ਤੇ ਇਸ ਕਰਕੇ ਇਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈਗੀ ਆ। ਔਰ ਇਹ ਜਿਹੜਾ ਰੂਪ ਹੈ ਇਹ ਸਾਊਥ ਅਫਰੀਕਾ ਚੋਂ ਉਹਨਾਂ ਨੂੰ ਡਿਟੈਕਟ ਹੋਇਆ ਹੈਗਾ ਆ। ਤੇ ਇਹ ਜਿਹੜਾ ਰੂਪ ਹੈਗਾ ਇਹ ਬਹੁਤ ਆਸਾਨੀ ਨਾਲ ਇੱਕ ਤੋਂ ਦੂਜੇ ਬੰਦੇ ਨੂੰ ਸਪਰੈਡ ਕਰ ਦਿੰਦਾ ਹੈ, ਫੈਲਦਾ ਹੈ। ਤੇ ਇਹਦੀ ਜਿਹੜੀ ਸਵੇਰਿਟੀ ਹੈ ਉਹ ਵੀ ਹਾਲੇ ਬਹੁਤੀ ਪਤਾ ਨਹੀਂ ਲੱਗ ਸਕੀ ਹੈਗੀ ਆ। ਤੋ ਇਸ ਕਰਕੇ ਕੁਛ ਇੱਕ ਗੱਲਾਂ ਹੈ ਜਿਹੜੀਆਂ ਕਿ ਆਪਾਂ ਇਸ ਦੇ ਵਿੱਚ ਡਿਸਕਸ ਕਰਨੀਆਂ ਹੈਗੀਆਂ ਆ। ਤੇ ਇਹਦੇ ਜਿਹੜੇ ਆ ਪ੍ਰਾਇਮਰੀ ਸਿੰਪਟਮ ਜਿਹੜੇ ਕੋਵਿਡ ਦੇ ਹੁੰਦੇ ਆ ਉਹ ਕਿਹੜੇ ਕਿਹੜੇ ਹੈਗੇ ਆ। ਤੇ ਉਹ ਜਿਸ ਤਰ੍ਹਾਂ ਕਿ ਪਹਿਲਾਂ ਵੀ ਅਸੀਂ ਇਹ ਕੋਵਿਡ ਦਾ ਜਿਹੜਾ ਦੁਖਾਂਤ ਹੈ ਉਹ ਅਸੀਂ ਝੇਲ ਚੁੱਕੇ ਆ। ਇਹਦੇ ਵਿੱਚ ਜ਼ਿਆਦਾ ਬੁਖਾਰ ਹੁੰਦਾ ਆ, ਡਿਜ਼ੀਨੈਸ ਹੁੰਦੀ ਆ, ਜਿਹੜੇ ਚੱਕਰ ਆਉਂਦੇ ਹੈਗੇ ਆ, ਬ੍ਰੈਥਲੈਸਨੈਸ ਹੁੰਦੀ, ਸਾਹ ਦੀ ਪ੍ਰੋਬਲਮ ਹੁੰਦੀ ਆ, ਹੈਡੇਕ ਹੁੰਦਾ ਆ, ਜਿਹੜੀ ਸੁੱਕੀ ਖਾਂਸੀ ਹੁੰਦੀ ਆ ਜਿਹੜੀ ਕਿ ਬਾਅਦ ਦੇ ਵਿੱਚ ਬਲਗਮ ਨੂੰ ਰਿਜ਼ਲਟ ਕਰਦੀ ਹੈਗੀ ਆ। ਤੇ ਕਿਸੇ ਕੇਸ ਦੇ ਵਿੱਚ ਜਿਹੜੀ ਸਾਡਾ ਸਮੈਲ ਹੈਗੀ ਆ ਤੇ ਟੇਸਟ ਹੈਗਾ ਆ ਉਹ ਵੀ ਚਲਾ ਜਾਂਦਾ ਹੈਗਾ ਆ। ਤੇ ਕਈਆਂ ਕੇਸਿਸ ਦੇ ਵਿੱਚ ਇਹ ਡਾਇਰੀਆ ਤੇ ਜਿਹਨਾਂ ਨੂੰ ਟੱਟੀਆਂ ਲੱਗ ਜਾਂਦੀਆਂ ਆ ਤੇ ਨਾਲ ਥੋੜੀ ਬਹੁਤ ਫਟੀਕ ਹੋ ਜਾਂਦੀ ਹੈਗੀ ਆ, ਜਿਹਦੇ ਵਿੱਚ ਸਾਨੂੰ ਥੋੜੀ ਬਹੁਤ ਜਿਹੜੀ ਹੈਗੀ ਆ ਮਤਲਬ ਥਕਾਵਟ ਹੋ ਜਾਂਦੀ ਹੈਗੀ ਆ। ਇਹ ਜਿਹੜਾ ਨਵਾਂ ਵੇਰੀਐਂਟ ਹੈ ਇਹ ਕਦੋਂ ਸਟਾਰਟ ਹੋਇਆ? ਇਹਨੂੰ ਬਹੁਤ ਪੁਰਾਣੀ ਗੱਲ ਨਹੀਂ ਹੈ, ਸਿਰਫ ਪਿਛਲੇ ਮਹੀਨੇ ਦੀ 9 ਨਵੰਬਰ ਨੂੰ ਇਹ ਵੇਰੀਐਂਟ ਜਿਹੜਾ ਆ ਇਹ ਸਪੈਸੀਮਨ ਇਹਦਾ ਲੱਭਿਆ ਗਿਆ ਹੈਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਇੱਕ ਖੁਲਾਸਾ ਕੀਤਾ ਹੈਗਾ ਆ। ਇਹਨੂੰ ਓਮੀਕਰੋਨ ਵੇਰੀਐਂਟ ਕਹਿੰਦੇ ਆ। ਓਮੀਕਰੋਨ ਵੇਰੀਐਂਟ ਜਿਹੜਾ ਹੈਗਾ ਆ ਇਹਦੀ ਜਿਹੜੀ ਰਿਪੋਰਟ 30 ਨਵੰਬਰ ਦੀ ਰਿਪੋਰਟ ਹੈਗੀ ਆ US ਗਵਰਨਮੈਂਟ ਦੀ, ਉਹਦੇ ਵਿੱਚ ਉਹਨਾਂ ਨੇ ਇਹਨੂੰ ਓਮੀਕਰੋਨ ਦਾ ਨਾਂ ਦਿੱਤਾ ਹੈਗਾ ਆ ਔਰ ਇਹਨੂੰ ਇੱਕ ਸਪੈਸ਼ਲ ਨਾਂ ਦਿੱਤਾ ਹੈ ਵੇਰੀਐਂਟ ਆਫ ਕੰਸਰਨ, ਕਿਉਂਕਿ ਇਹ ਵੇਰੀਐਂਟ ਆਫ ਕੰਸਰਨ ਦੇ ਥੱਲੇ ਆ ਕੇ ਇਹਦੀ ਜਿਹੜੀ ਵਿਰੂਲੈਂਸ ਹੈਗੀ ਆ, ਇਹਦੀ ਜਿਹੜੀ ਇਨਫੈਕਟਿਵਿਟੀ ਦੀ ਮਾਤਰਾ ਹੈਗੀ ਆ ਉਹਨੂੰ ਇਹਨਾਂ ਨੇ ਕਾਫੀ ਉੱਚੀ ਜਗ੍ਹਾ ਦਿੱਤੀ ਹੈਗੀ ਆ। ਇਹ ਕਈਆਂ ਫੈਕਟਰਸ ਤੇ ਡਿਪੈਂਡ ਕਰਕੇ ਉਹਨਾਂ ਨੇ ਇਹਨੂੰ ਵੇਰੀਐਂਟ ਆਫ ਕੰਸਰਨ ਦੱਸਿਆ ਹੈ, ਕਿਉਂਕਿ ਇਹ ਬਹੁਤ ਸਾਰੀ ਦੇਸ਼ਾਂ ਦੇ ਵਿੱਚ ਇੱਕਦਮ ਹੀ ਮਤਲਬ ਮਿਲ ਗਿਆ ਆ ਕਿ ਇਹਦੇ ਲਈ ਇਹਦਾ ਮਤਲਬ ਇਹ ਆ ਕਿ ਇਹਦੀ ਟਰਾਂਸਮਿਸ਼ਨ ਜਿਹੜੀ ਹੈਗੀ ਆ ਉਹ ਬੜੀ ਵਾਈਡ ਸਪਰੈਡ ਹੈਗੀ ਆ।
ਤੇ ਇਹ ਸਾਊਥ ਅਫਰੀਕਾ ਚੋਂ ਸ਼ੁਰੂ ਹੋਇਆ ਆ ਤੇ ਇਹਦੀਆਂ ਬਹੁਤ ਸਾਰੀਆਂ ਮੋਟੇਸ਼ਨਸ ਜਿਹੜੀਆਂ ਹੈ, ਇਹਦੇ ਰੂਪ ਕਈ ਤਰ੍ਹਾਂ ਦੇ ਨੇ ਬਦਲੇ ਹੈਗੇ ਆ ਤੇ ਇਹਦੀ ਇਫੈਕਟਿਵਨੈਸ ਜਿਹੜੀ ਹੈਗੀ ਆ ਉਹ ਮਤਲਬ ਜਿਹੜੇ ਆਲਰੇਡੀ ਕੋਵਿਡ-19 ਦੇ ਵੈਕਸੀਨਸ ਹੈਗੇ ਆ ਉਹਨਾਂ ਨੂੰ ਘਟਾਉਂਦੀ ਹੈਗੀ ਆ ਤੇ ਕਈ ਜਿਹੜੀਆਂ ਮੋਨੋਕਲੋਨਲ ਐਂਟੀਬਾਡੀ ਅਸੀਂ ਯੂਜ਼ ਕਰਦੇ ਆ ਉਹਨਾਂ ਦੀ ਇਫੈਕਟਿਵਨੈਸ ਨੂੰ ਵੀ ਇਹ ਘਟਾਉਂਦੀ ਹੈ ਤੇ ਇਹਦੇ ਯੂਐਸ ਦੇ ਵਿੱਚ ਹਾਲੇ ਤੱਕ 30 ਨਵੰਬਰ ਤੱਕ ਕੋਈ ਵੀ ਕੇਸ ਜਿਹੜਾ ਸੀ ਉਹ ਸੀਡੀਸੀ ਨੇ ਉੱਥੇ ਦੀ ਨੇ ਨਹੀਂ ਪਹਿਚਾਣਿਆ ਹਾਲੇ ਤੇ ਡੈਲਟਾ ਵੇਰੀਐਂਟ ਇਹ ਤੋਂ ਪਹਿਲਾਂ ਆਇਆ ਸੀ ਓਮਿਕਰੋਨ ਤੋਂ ਪਹਿਲਾਂ ਜਿਹੜਾ ਸੀ ਡੈਲਟਾ ਵੇਰੀਐਂਟ ਸੀ ਜਿਹੜਾ ਕਿ ਇੰਡੀਆ ਦੇ ਵਿੱਚ ਹੀ ਸ਼ੁਰੂ ਹੋਇਆ ਸੀ ਇਹਦੇ ਜਿਹੜੇ ਇਨਫੈਕਸ਼ਨ ਦੇ ਕਾਜ਼ ਸੀ ਉਹ ਵੀ ਬਹੁਤ ਜ਼ਿਆਦਾ ਸਪਰੈਡ ਕਰਨ ਵਾਲੇ ਸੀ ਤੇ ਇਹ ਜਿਹੜੇ ਪਹਿਲੇ ਕੋਵਿਡ ਵੈਕਸੀਨ ਦੇ ਫਾਰਮ ਸੀਗੇ ਉਹਨਾਂ ਨੂੰ ਵੀ ਇਹ ਅਫੈਕਟ ਕਰਦੀ ਸੀ ਤੇ ਜਿਹੜਾ ਕੋਵਿਡ ਦਾ ਰਿਸਕ ਸੀਗੀ ਜਾਂ ਵਾਇਰਸ ਦਾ ਕੰਟੈਕਟ ਕਰਨ ਦਾ ਉਹ ਵੀ ਘਟਾਉਂਦੀ ਸੀਗੀ ਤੇ ਵੈਕਸੀਨ ਜਿਹੜਾ ਹੈਗਾ ਆ ਉਹ ਇਹਨਾਂ ਸਾਰੀਆਂ ਜਿਹੜੀਆਂ ਡਿਜ਼ੀਜ਼ਸ ਹੈਗੀਆਂ ਉਹਨਾਂ ਦੇ ਅਗੇਂਸਟ ਇਹ ਇਫੈਕਟਿਵ ਹੈਗਾ ਆ ਇਹਦੇ ਬਾਰੇ ਜ਼ਿਆਦਾ ਗੱਲਾਂ ਜਾਣਨ ਦੀ ਇਹ ਲੋੜ ਹੈਗੀ ਆ ਕਿ ਜਿਹੜਾ ਇਹ ਨਿਊ ਵੇਰੀਐਂਟਸ ਹੈਗਾ ਆ ਇਹ ਸਾਨੂੰ ਇਹਦੀ ਇਨਫੈਕਸ਼ਨ ਨੂੰ ਰੋਕਣ ਦੇ ਲਈ ਸਪਰੈਡ ਦੇ ਲਈ ਕਾਫੀ ਜਾਣੀ ਸਾਵਧਾਨੀਆਂ ਵਰਤਣੀਆਂ ਪੈਣੀਆਂ ਆ ਤੇ ਜਿਹੜਾ ਵੈਕਸੀਨ ਹੈਗਾ ਆ ਉਹ ਜਿਨ੍ਹਾਂ ਦੇ ਨਹੀਂ ਲੱਗਾ ਉਹ ਲਗਵਾ ਲੈਣਾ ਚਾਹੀਦਾ ਹੈ ਤੇ ਇਸ ਦੇ ਨਾਲ ਇਹ ਤੋਂ ਅਸੀਂ ਬਚਾ ਸਕਦੇ ਹਾਂ ਜਿਹੜਾ ਵੈਕਸੀਨ ਹੈਗਾ ਆ ਉਹ ਇੱਕ ਤਾਂ ਜਿਹੜੀ ਸਵੀਅਰਟੀ ਆਫ ਦਾ ਇਲਨੈਸ ਹੈਗੀ ਆ ਉਹਨੂੰ ਰੋਕਦਾ ਆ ਤੇ ਬਹੁਤਿਆਂ ਨੂੰ ਹਸਪੀਟਲਾਈਜੇਸ਼ਨ ਜਾਣ ਤੋਂ ਰੋਕਦਾ ਆ ਤੇ ਇਹਦੇ ਨਾਲ ਜਿਹੜੀਆਂ ਡੈਥਸ ਹੈਗੀਆਂ ਆ ਉਹ ਵੀ ਰੁਕਦੀਆਂ ਹੈਗੀਆਂ ਤੇ ਇਹ ਜਿਹੜੇ ਟੈਸਟ ਹੈਗੇ ਕੋਵਿਡ ਦੇ ਜਿਹੜੇ ਆਲਰੇਡੀ ਅਸੀਂ ਕਰ ਰਹੇ ਆ ਉਹ ਇਹ ਸਾਰੇ ਟੈਸਟ ਜਿਹੜੇ ਹੈਗੇ ਆ ਇਹਨਾਂ ਜਿਹੜੇ ਵਾਇਰਸਿਸ ਹੈਗੇ ਆ ਉਹਨਾਂ ਤੇ ਅਪਲਾਈ ਹੁੰਦੇ ਆ ਔਰ ਅਸੀਂ ਉਹਨਾਂ ਨੂੰ ਇਹਨਾਂ ਟੈਸਟਾਂ ਨਾਲ ਜਾਂਚ ਸਕਦੇ ਹੈਗੇ ਤੇ ਜਿਹੜਾ ਇਹ ਨਵਾਂ ਸਟ੍ਰੇਨ ਹੈਗਾ ਆ ਇਹਨੂੰ ਉਹਨਾਂ ਨੇ ਓਮਿਕਰੋਨ ਦਾ ਨਾਮ ਦਿੱਤਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਤੇ ਨਾਲ ਇਹਨੂੰ ਕਲਾਸੀਫਾਈ ਕੀਤਾ ਵੇਰੀਐਂਟ ਆਫ ਕੰਸਰਨ ਤੇ ਇਹ ਜਿਹੜਾ ਵੇਰੀਐਂਟ ਆਫ ਕੰਸਰਨ ਹੈਗਾ ਆ ਇਹ ਬਹੁਤ ਸਾਰੀਆਂ ਮੋਟੇਸ਼ਨਾਂ ਕਰਕੇ ਇਹਨੂੰ ਦਿੱਤਾ ਹੈਗਾ ਆ ਜੇ ਪ੍ਰੀਲਿਮਿਨਰੀ ਜਿਹੜੀ ਐਵੀਡੈਂਸ ਹੈਗੀ ਆ ਉਹ ਇਹਨੂੰ ਰੀਇਨਫੈਕਸ਼ਨ ਜਿਹੜੀ ਹੈਗੀ ਆ ਉਹਦਾ ਰਿਸਕ ਜਿਹੜਾ ਜ਼ਿਆਦਾ ਹੈਗਾ ਆ ਤੇ ਅਦਰ ਵੇਰੀਐਂਟ ਦੇ ਨਾਲੋਂ ਤੇ ਇਹ ਵੇਰੀਐਂਟ ਜਿਹੜਾ ਹੈ ਇਹ ਫਾਸਟਰ ਰੇਟ ਦੇ ਨਾਲ ਜਿਹੜਾ ਆ ਉਹ ਡਿਟੈਕਟ ਹੁੰਦਾ ਆ ਤੇ ਇਹਦੀਆਂ ਜਿਹੜੀਆਂ ਪਹਿਲਾਂ ਇਨਫੈਕਸ਼ਨਸ ਵਾਇਰਸ ਕਰਦਾ ਸੀ ਉਹਦੇ ਨਾਲੋਂ ਬਹੁਤ ਤੇਜ਼ੀ ਦੇ ਨਾਲ ਇਹ ਲੋਕਾਂ ਦੇ ਵਿੱਚ ਫੈਲਦਾ ਹੈ ਤੇ ਇਹਦੀ ਐਡਵਾਂਟੇਜ ਜਿਹੜੀ ਆ ਗਰੋਥ ਦੀ ਕਾਫੀ ਜ਼ਿਆਦਾ ਹੈਗੀ ਆ ਸਾਈਨਸ ਤੇ ਸਿੰਪਟਮ ਜਿਹੜੇ ਓਮਿਕਰੋਨ ਵੇਰੀਐਂਟ ਦੇ ਆ ਉਹ ਵੀ ਪਹਿਲਾਂ ਵਾਂਗੂ ਹੀ ਹੈਗੇ ਆ ਤੇ ਜਿਹੜੇ ਵੈਕਸੀਨਸ ਵਾਲੇ ਮਾਡਰਨਾ ਵਾਲੇ ਆ ਉਹਨਾਂ ਨੇ ਕਿਹਾ ਆ ਕਿ ਇਹ ਬਹੁਤਾ ਇਹਦਾ ਹਾਲੇ ਤੱਕ ਕੋਈ ਜ਼ਿਆਦਾ ਸਾਈਨਸ ਐਂਡ ਸਿੰਪਟਮਸ ਦਾ ਨਹੀਂ ਕਹਿ ਸਕਦੇ ਪਰ 6 ਹਫ਼ਤਿਆਂ ਦੇ ਵਿੱਚ ਇਹਨੂੰ ਅਸੀਂ ਫਿਗਰ ਆਊਟ ਕਰ ਲਵਾਂਗੇ ਕਿ ਇਹਦੇ ਬਾਰੇ ਕੀ ਚੀਜ਼ ਹੈਗੀ ਆ ਤੇ ਦਸੰਬਰ ਪਹਿਲੀ ਨੂੰ ਜਿਹੜੀ ਰਿਪੋਰਟ ਆਈ ਆ WHO ਦੀ ਉਹ ਐਕਸਪਰਟਸ ਜਿਹੜੇ ਹੈਗੇ ਆ ਉਹ ਕਨਵਿੰਸ ਹੋ ਗਏ ਆ ਕਿ ਇਹ ਜਿਹੜਾ ਵੇਰੀਐਂਟ ਹੈਗਾ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ ਸਿਰਫ ਮਾਈਲਡ ਹੈਗਾ ਆ ਹਾਲੇ ਤੱਕ ਔਰ ਇਹਦੇ ਨਾਲ ਹਾਲੇ ਤੱਕ ਸਾਊਥ ਅਫਰੀਕਾ ਦੇ ਵਿੱਚ ਜਿੱਥੋਂ ਇਹ ਚੱਲਿਆ ਆ ਉੱਥੇ ਕੋਈ ਵੀ ਡੈਥ ਨਹੀਂ ਹੋਈ ਹਾਲਾਂਕਿ ਇਹਦੇ ਵਿੱਚ ਹਸਪੀਟਲਾਈਜੇਸ਼ਨ ਦੀ ਵੀ ਕੋਈ ਲੋੜ ਨਹੀਂ ਪਈ ਔਰ ਕੋਈ ਵੀ ਡੈਥ ਨਹੀਂ ਹੋਈ ਇਹਦੇ ਨਾਲ ਜਿੰਨਿਆਂ ਨੂੰ ਵੀ ਓਮਿਕਰੋਨ ਦਾ ਜਿਹੜਾ ਆ ਡਾਇਗਨੋਸ ਹੋਇਆ ਆ ਤੇ ਇਹ ਜਿਹੜੇ ਜ਼ਿਆਦਾਤਰ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਸਿਰਫ ਸਵੀਅਰ ਹੈਡੇਕ ਹੋਇਆ ਆ ਨੌਸ਼ੀਆ ਹੋਇਆ ਆ ਜਾਂ ਦਿਲ ਮਤਲਾਉਂਦਾ ਰਿਹਾ ਆ ਡਿਜ਼ੀਨੈਸ ਜਾਂ ਚੱਕਰ ਆਉਂਦੇ ਰਹੇ ਆ ਤੇ ਜਾਂ ਉਹਨਾਂ ਦੀ ਜਿਹੜੀ ਪਲਸ ਹੈਗੀ ਆ ਉਹ ਜ਼ਿਆਦਾ ਵਧੀ ਹੈਗੀ ਆ ਹਸਪੀਟਲ ਦੇ ਜਿਹੜੇ ਡਾਕਟਰਸ ਹੈਗੇ ਆ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਇਹ ਡਿਕਲੇਅਰ ਕੀਤਾ ਹੈਗਾ ਆ ਤੇ ਸਾਊਥ ਅਫਰੀਕਾ ਦੇ ਡਾਕਟਰ ਵੀ ਇਹੀ ਸਾਰੇ ਕਹਿੰਦੇ ਹੈਗੇ ਆ ਕਿ ਇਹ ਜਿਹੜੇ ਮੈਜੋਰਿਟੀ ਆਫ ਕੇਸਿਸ ਜਿਹੜੇ ਪੋਜ਼ਿਟਿਵ ਆਏ ਆ ਉਹਨਾਂ ਵਿੱਚ ਸਿਰਫ ਇਹੀ ਹੈਗੇ ਆ ਤੇ ਹਾਲੇ ਤੱਕ ਉਹਨਾਂ ਨੇ ਕੋਈ ਵੀ ਸਵੀਅਰ ਇਲਨੈਸ ਜਿਹੜੀ ਆ ਉਹ ਇਸ ਓਮਿਕਰੋਨ ਤੋਂ ਨਹੀਂ ਦੇਖੀ ਤੇ
ਜਿਹੜੇ ਉਹਨਾਂ ਨੇ ਹੰਡਰਡਸ ਜਿਹੜੇ ਪੇਸ਼ੈਂਟਸ ਇਨਫੈਕਟਡ ਪੇਸ਼ੈਂਟ ਦੇਖੇ ਆ ਸਾਊਥ ਅਫਰੀਕਾ ਦੇ ਵਿੱਚ, ਉਹ ਸਿਰਫ ਇਹੀ ਨੌਸ਼ੀਆ, ਹੈਡੇਕ, ਫਟੀਗ ਤੇ ਹਾਈ ਪਲਸ ਰੇਟ ਨੂੰ ਹੀ ਕੰਪਲੇਨ ਕਰਦੇ ਆ। ਤੇ ਇਦੋਂ ਹੋਰ ਜਿਹੜੀ ਆ ਕੋਈ ਵੀ ਚੀਜ਼ ਉਹਨਾਂ ਨੇ ਲਾਸ ਆਫ ਟੇਸਟ ਜਾਂ ਲਾਸ ਆਫ ਸਮੈਲ ਵਾਲੀ ਗੱਲ ਕੋਈ ਉਹਨਾਂ ਨੇ ਇਹਨਾਂ ਸਾਰਿਆਂ ਦੇ ਵਿੱਚ ਹਾਲੇ ਤੱਕ ਕੋਈ ਦੇਖੀ ਨਹੀਂ ਹੈ। ਤੇ ਆਪਾਂ ਦੇਖਦੇ ਹਾਂ ਕਿ ਵੇਰੀਐਂਟ ਆਫ ਕੰਸਰਨ ਕੀ ਹੈਗਾ ਆ। ਇਹ ਬੜੀ ਵਾਰੀ ਅਸੀਂ ਬੋਲਿਆ ਆ ਕਿ ਵੇਰੀਐਂਟ ਆਫ ਕੰਸਰਨ ਦਾ ਇਹਨੂੰ ਉਪਾਧੀ ਦਿੱਤੀ ਹੈ ਇਸ ਓਮਿਕਰੋਨ ਨੂੰ। ਉਹ ਕੀ ਹੈ? WHO ਕਹਿੰਦੀ ਆ ਕਿ 4 ਲੈਵਲਸ ਕਲਾਸੀਫਿਕੇਸ਼ਨ ਦੇ ਕੋਵਿਡ ਵੇਰੀਐਂਟਸ ਦੇ ਹੈਗੇ ਆ, ਜਿਹੜੇ ਕਿ ਅਸੈਂਡਿੰਗ ਆਰਡਰ ਦੇ ਵਿੱਚ ਹੈਗੇ ਆ। ਸਭ ਤੋਂ ਪਹਿਲਾਂ ਜਿਹੜੇ ਹੁੰਦੇ ਆ, ਜਿਹੜੇ ਮਾਈਲਡ ਹੁੰਦੇ ਆ, ਉਹਨਾਂ ਨੂੰ ਅਸੀਂ ਵੇਰੀਐਂਟ ਬੀਇੰਗ ਮੋਨੀਟਰਡ ਕਹਿੰਦੇ ਆ। ਉਹਨਾਂ ਨੂੰ ਸਿਰਫ ਮੋਨੀਟਰ ਹੀ ਕੀ ਕਰਦੇ ਆ, ਉਹਨਾਂ ਦਾ ਕੋਈ ਖਾਸ ਰੁਤਬਾ ਨਹੀਂ ਹੁੰਦਾ। ਉਦੋਂ ਦੂਜੀ ਨੰਬਰ ਤੇ ਹੈਗਾ ਵੇਰੀਐਂਟ ਆਫ ਇੰਟਰਸਟ। ਉਹ ਇੰਟਰਸਟ ਪੈਦਾ ਕਰਦਾ ਆ। ਇਹਦਾ ਮਤਲਬ ਆ ਕਿ ਉਹਦੇ ਵਿੱਚ ਕੁਛ ਨਾ ਕੁਛ ਇੱਕ ਸਵੀਰਿਟੀ ਦੇ ਔਰ ਸਪਰੈਡ ਦੇ ਔਰ ਇਨਫੈਕਟਿਵਿਟੀ ਦੇ ਕਈ ਤਰ੍ਹਾਂ ਦੇ ਸਿੰਪਟਮ ਕਰਨ ਦੇ ਹੁੰਦੇ ਆ। ਇਸ ਕਰਕੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ। ਤੀਜੇ ਨੰਬਰ ਤੇ ਆ ਕੇ ਵੇਰੀਐਂਟ ਆਫ ਕੰਸਰਨ ਆਉਂਦਾ ਆ, ਜਿਹੜਾ ਕਿ ਇਸ ਨੂੰ ਉਪਾਧੀ ਇਸ ਓਮਿਕਰੋਨ ਨੂੰ ਦਿੱਤੀ ਹੈ। ਔਰ ਇਹਦੇ ਵਿੱਚ ਵੀ ਜ਼ਿਆਦਾ ਸਪਰੈਡਿੰਗ ਦੇ ਜ਼ਿਆਦਾ ਚਾਂਸਸ ਹੁੰਦੇ ਆ, ਇਨਫੈਕਟਿਵਿਟੀ ਦੇ ਜ਼ਿਆਦਾ ਚਾਂਸਸ ਹੁੰਦੇ ਆ, ਗਰੋਥ ਦੇ ਜ਼ਿਆਦਾ ਚਾਂਸਸ ਹੁੰਦੇ ਆ। ਫਿਰ ਚੌਥੇ ਟਾਈਪ ਤੇ ਜਿਹੜਾ ਸਭ ਤੋਂ ਭਿਆਨਕ ਹੁੰਦਾ ਆ, ਉਹਨੂੰ ਵੇਰੀਐਂਟ ਆਫ ਹਾਈ ਕੰਸੀਕੁਐਂਸਿਸ ਕਹਿੰਦੇ ਆ, ਕਿ ਉਹਦੇ ਨਾਲ ਬਹੁਤ ਜ਼ਿਆਦਾ ਭਿਆਨਕ ਤਬਦੀਲੀਆਂ ਔਰ ਜ਼ਿਆਦਾ ਮੌਤਾਂ ਹੁੰਦੀਆਂ ਆ। ਸੋ ਇਸ ਕਰਕੇ ਜਿਹੜੀ CDC ਆ ਉਹ ਡਿਫਾਈਨ ਵੇਰੀਐਂਟ ਆਫ ਕੰਸਰਨ ਨੂੰ ਕੀਤਾ ਕਿ ਇਹਦੇ ਵਿੱਚ ਜ਼ਿਆਦਾ ਟਰਾਂਸਮਿਸਿਬਿਲਿਟੀ ਇੱਕ ਦੂਜੇ ਨੂੰ ਇਨਫੈਕਟ ਕਰਨ ਦੀ ਜ਼ਿਆਦਾ ਹੈ, ਸਵੀਅਰ ਡਿਜ਼ੀਜ਼ ਦੀ ਹੁੰਦੀ ਆ, ਤੇ ਹਸਪੀਟਲਾਈਜੇਸ਼ਨ ਜ਼ਿਆਦਾ ਹੁੰਦੀਆਂ, ਡੈਥਸ ਜ਼ਿਆਦਾ ਹੁੰਦੀਆਂ ਆ। ਤੇ ਇਹਦੇ ਵਿੱਚ ਜਿਹੜੀ ਐਂਟੀਬਾਡੀ ਸਾਡੀ ਬਾਡੀ ਦੇ ਵਿੱਚ ਹੈਗੀਆਂ ਆ, ਉਹ ਨਿਊਟਰਲਾਈਜੇਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈਗੀ ਆ। ਤੇ ਇਨਫੈਕਸ਼ਨ ਜਿਹੜੀ ਪਹਿਲੀ ਇਨਫੈਕਸ਼ਨ ਤੋਂ ਐਂਟੀਬਾਡੀਜ਼ ਆਉਂਦੀਆਂ ਉਹਨਾਂ ਦੀ ਨਿਊਟਰਲਾਈਜੇਸ਼ਨ, ਜਾਂ ਜੇ ਵੈਕਸੀਨ ਕਿਸੇ ਨੇ ਕਰਵਾਇਆ ਆ ਉਹਦੇ ਨਾਲ ਜਿਹੜੀਆਂ ਐਂਟੀਬਾਡੀਜ਼ ਆ ਉਹਨਾਂ ਦੀ ਨਿਊਟਰਲਾਈਜੇਸ਼ਨ ਹੋ ਜਾਂਦੀ ਹੈਗੀ ਆ। ਔਰ ਰਿਡਿਊਸ ਇਫੈਕਟਿਵਨੈਸ ਜਿਹੜੀ ਟ੍ਰੀਟਮੈਂਟ ਦੀ ਆ ਜਾਂ ਵੈਕਸੀਨਸ ਦੀ ਹੈਗੀ ਆ ਉਹ ਹੋ ਜਾਂਦੀ ਹੈਗੀ ਆ। ਸੋ ਇਸ ਕਰਕੇ ਇਹਨੂੰ ਵੇਰੀਐਂਟ ਆਫ ਕੰਸਰਨ ਦਾ ਉਪਾਧੀ ਉਹਨਾਂ ਨੇ ਦਿੱਤੀ ਆ। ਡੈਲਟਾ ਵੇਰੀਐਂਟ ਜਿਹੜਾ ਕਿ ਪਹਿਲਾਂ ਇਸ ਤੋਂ ਆ ਚੁੱਕਾ ਹੈਗਾ ਆ, ਜਿਹੜਾ ਕਿ ਇੰਡੀਆ ਵਿੱਚੋਂ ਹੀ ਸ਼ੁਰੂ ਹੋਇਆ ਸੀ, ਉਹਦੇ ਨਾਲ ਵੀ ਦੂਜੀ ਫੇਜ਼ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਇੰਡੀਆ ਦੇ ਵਿੱਚ ਵੀ। ਤੇ ਉਹਨੂੰ ਵੀ ਵੇਰੀਐਂਟ ਆਫ ਕੰਸਰਨ ਜਿਹੜਾ ਸੀ ਉਹ ਉਪਾਧੀ ਉਹਨੂੰ ਵੀ ਦਿੱਤੀ ਗਈ ਸੀ। ਵੇਰੀਐਂਟ ਆਫ ਕੰਸਰਨ WHO ਕਹਿੰਦੀ ਆ ਕਿ ਇਹਦੇ ਵਿੱਚ ਕੰਸੀਡਰੇਬਲ ਅਨਸਰਟਨਟੀਜ਼ ਹੈਗੀਆਂ ਆ, ਤੇ ਪ੍ਰੀਲਿਮਿਨਰੀ ਐਵੀਡੈਂਸ ਜਿਹੜੀ ਆ ਪੋਸੀਬਿਲਿਟੀ ਰੇਜ਼ ਕਰਦੀ ਹੈਗੀ ਆ ਕਿ ਮੁਟੇਸ਼ਨਸ ਇਹਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਆ, ਤੇ ਇਹ ਸਾਡਾ ਜਿਹੜਾ ਇਮਿਊਨ ਸਿਸਟਮ ਹੈਗਾ ਆ ਉਹਨੂੰ ਅਵੇਡ ਕਰ ਸਕਦਾ ਆ। ਉਹਨੂੰ ਮਤਲਬ ਉਹਦੇ ਨਾਲ ਕੋਈ ਮਤਲਬ ਫਰਕ ਨਹੀਂ ਪੈਣ ਵਾਲਾ ਹੈਗਾ। ਤੇ ਸਾਡੀ ਜਿਹੜੀ ਸਪਰੈਡ ਦੀ ਜਿਹੜੀ ਅਬਿਲਿਟੀ ਹੈਗੀ ਆ ਉਹਨੂੰ ਵੀ ਇਹ ਬੂਸਟ ਕਰ ਸਕਦਾ ਹੈਗਾ ਆ। ਤੇ ਕੋਈ ਵੀ ਹਾਲੇ ਡੈਥ ਜਿਹੜੀ ਹੈ ਓਮਿਕਰੋਨ ਦੇ ਨਾਲ ਰਿਪੋਰਟ ਨਹੀਂ ਹੋਈ, ਤੇ ਪਰ ਹਾਲੇ ਬਹੁਤ ਥੋੜਾ ਇਹਦੇ ਬਾਰੇ, ਕਿਉਂਕਿ ਟਾਈਮ ਬਹੁਤ ਘੱਟ ਹੈਗਾ ਆ ਔਰ ਇਮੀਡੀਏਟਲੀ ਇਹਦੇ ਬਾਰੇ 'ਚ ਸਾਨੂੰ ਪਤਾ ਲੱਗ ਗਿਆ ਆ। ਤਾਂ ਇਸ ਕਰਕੇ ਅਸੀਂ ਇਹਦੇ ਬਾਰੇ 'ਚ ਬਹੁਤ ਕੁਝ ਹਾਲੇ ਨਹੀਂ ਜਾਣਦੇ, ਤੇ ਹੌਲੀ ਹੌਲੀ ਇਹਦੇ ਬਾਰੇ 'ਚ ਪਤਾ ਲੱਗ ਜਾਏਗਾ। ਤੇ ਕਿੰਨਾ ਕਿ ਇਹ ਜ਼ਿਆਦਾ ਕੰਟੇਜੀਅਸ ਹੈਗਾ, ਕਿੰਨਾ ਕਿ ਇਨਫੈਕਟਿਵ ਜ਼ਿਆਦਾ ਹੋਰ ਹੈਗਾ ਆ। ਪਰ ਹਾਲੇ ਤੱਕ ਜਿਹੜੀਆਂ ਰਿਪੋਰਟਸ ਆਈਆਂ ਆ ਉਹਦੇ ਵਿੱਚ ਇਹੀ ਮਤਲਬ ਰਿਪੋਰਟ ਦਿੱਤੀ ਗਈ ਆ ਕਿ ਇਹ ਬਹੁਤ ਹੀ ਮਾਈਲਡ ਹੈਗਾ ਆ ਔਰ ਇਹਦੇ ਨਾਲ ਕੋਈ ਵੀ ਹਸਪੀਟਲਾਈਜੇਸ਼ਨ ਜਾਂ ਡੈਥ ਨਹੀਂ ਹੋਈ, ਖਾਸ ਕਰਕੇ ਸਾਊਥ ਅਫਰੀਕਾ ਦੇ ਵਿੱਚ। ਪਿਛਲੇ ਹਫਤੇ ਐਡਵਾਈਜ਼ਰੀ WHO ਨੇ ਜਾਰੀ ਕੀਤੀ ਸੀ, ਤੇ ਉਹਨਾਂ ਨੇ ਇਹ ਕਿਹਾ ਆ ਕਿ ਸ਼ਾਇਦ ਇਹ ਲੋਕਾਂ ਨੂੰ ਜ਼ਿਆਦਾ ਰੀਇਨਫੈਕਟ ਕਰ ਦੇਵੇਗਾ ਜਿਹੜੇ ਆਲਰੇਡੀ ਕੋਵਿਡ ਦੇ ਸ਼ਿਕਾਰ ਹੋ ਚੁੱਕੇ ਹੈਗੇ ਆ। ਪਰ ਸਾਇੰਟਿਸਟ ਨੇ ਬਹੁਤ ਵਾਰਨ ਕੀਤਾ ਹੋਇਆ ਕਿ ਨਿਊ ਵੇਜ਼ ਜਿਹੜਾ ਹੈਗਾ ਆ ਵਾਇਰਸ, ਨਵੇਂ ਵਾਇਰਸ ਆਉਣਗੇ ਔਰ ਨਵੇਂ ਉਹ ਆਪਣੇ ਤਰੀਕੇ ਵਾਇਰਸ ਆਪਣੇ ਘੜਨਗੇ ਔਰ ਨਵੇਂ ਤਰੀਕਿਆਂ ਦੇ ਨਾਲ ਉਹ ਲੋਕਾਂ ਨੂੰ ਇਨਫੈਕਟ ਕਰਨਗੇ। ਲੋਕਾਂ ਦੀਆਂ ਜਿਹੜੀਆਂ ਵੀਕਨੈਸਿਸ ਹੈਗੀਆਂ ਆ ਉਹਨਾਂ ਨੂੰ ਐਕਸਪਲੋਇਟ ਕਰਨਗੇ। ਤੇ ਇਸ ਕਰਕੇ
ਮਤਲਬ ਸਾਨੂੰ ਇਹਨਾਂ ਤੋਂ ਬਹੁਤਾ ਡਰਨਾ ਨਹੀਂ ਚਾਹੀਦਾ, ਪਰ ਆਪਣੀ ਜਿਹੜੀ ਇਮਿਊਨਿਟੀ ਹੈਗੀ ਆ ਉਹਨੂੰ ਸਾਨੂੰ ਹਮੇਸ਼ਾ ਸਟਰੋਂਗ ਰੱਖਣਾ ਚਾਹੀਦਾ ਹੈਗਾ ਆ। ਤੇ ਸਾਊਥ ਅਫਰੀਕਾ ਦੇ ਵਿੱਚ ਵੀ, ਕਿਉਂਕਿ ਉੱਥੇ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ, ਸਿਰਫ 7% ਪੋਪੂਲੇਸ਼ਨ ਹੈ ਜਿਨ੍ਹਾਂ ਨੂੰ ਕਿ ਵੈਕਸੀਨ ਦਿੱਤਾ ਹੈ। ਇਸ ਕਰਕੇ ਹੋ ਸਕਦਾ ਆ ਕਿ ਜਿਹੜਾ ਓਮਿਕਰੋਨ ਦਾ ਹਮਲਾ ਆ ਉੱਥੇ ਇਸ ਬਾਰੇ ਜ਼ਿਆਦਾ ਹੋਇਆ ਹੋਵੇ। ਤੇ ਬਹੁਤ ਸਾਰੇ ਸਾਡੇ ਲੋਕ ਜਿਹੜੇ ਆ ਉਹ ਸੋਚਦੇ ਹੈਗੇ ਆ ਕਿ ਇਹ ਜਿਹੜਾ ਮਤਲਬ ਅਸੀਂ ਕੋਵਿਡ ਤੋਂ ਹੁਣ ਨਿਕਲ ਚੁੱਕੇ ਹਾਂ ਔਰ ਕੋਵਿਡ ਜਿਹੜਾ ਹੈ ਉਹ ਖਤਮ ਹੋ ਚੁੱਕਾ, ਪਰ ਜਿਹੜਾ WHO ਦੇ ਡਾਇਰੈਕਟਰ ਜਨਰਲ ਹੈਗਾ ਆ ਟੈਡਰੋਸ, ਉਹ ਕਹਿੰਦੇ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹ ਬਾਰ-ਬਾਰ ਦੁਬਾਰਾ ਸਾਡੇ ਕੋਲ ਆ ਰਿਹਾ ਹੈਗਾ। ਤੇ ਜਿਹੜਾ ਪਹਿਲਾ ਇਨੀਸ਼ੀਅਲ ਰਿਸਪੌਂਸ ਕੋਵਿਡ-19 'ਚ ਸੀ, ਉਹ ਬਹੁਤ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਸੀ ਕਿ ਬਹੁਤ ਸਲੋ ਹੈ, ਪਰ ਉਹਨੂੰ ਦੇਖਦੇ ਹੋਏ ਹੁਣ ਜਿਹੜਾ ਓਮਿਕਰੋਨ ਦਾ ਵੇਰੀਐਂਟ ਦਾ ਰਿਸਪੌਂਸ ਹੈਗਾ ਆ ਉਹ ਬਹੁਤ ਹੀ ਜ਼ਿਆਦਾ, ਕਿਉਂਕਿ ਤੁਸੀਂ ਦੇਖਦੇ ਹੋ ਕਿ 9 ਨਵੰਬਰ ਨੂੰ ਇਹ ਸ਼ੁਰੂ ਹੋਇਆ ਤੇ ਅੱਜ ਹਾਲੇ 9 ਨਵੰਬਰ ਵੀ ਨਹੀਂ ਆਈ, 5 ਦਸੰਬਰ ਹੀ ਹੈ। ਤੇ ਇਹਦਾ ਰਿਸਪੌਂਸ ਜਿਹੜਾ ਹੈ ਸਾਰੇ ਵਰਲਡ ਦੇ ਵਿੱਚ ਕਿੱਦਾਂ ਮਤਲਬ ਹੋ ਚੁੱਕਾ ਆ ਔਰ ਇਹਦੇ ਬਾਰੇ 'ਚ ਲੋਕਾਂ ਨੂੰ ਸੋਚਾਂ ਪੈ ਗਈਆਂ। ਤੇ ਫਿਰ ਵੀ ਜਿਹੜੀ ਗਲੋਬਲ ਵਰੀ ਹੈਗੀ ਆ, ਡਾਕਟਰ ਸਾਊਥ ਅਫਰੀਕਾ ਦੇ ਵਿੱਚ ਪੇਸ਼ੈਂਟਸ ਦਾ ਜੋ ਦੱਸਦੇ ਹੈਗਾ ਆ ਕਿ ਇਹ ਬਹੁਤ ਹੀ ਮਾਈਲਡ ਸਿੰਪਟਮ ਹੈਗੇ ਆ ਹਾਲੇ ਤੱਕ, ਤੇ ਉਹ ਕਹਿੰਦੇ ਆ ਕਿ ਬਹੁਤ ਅਰਲੀ ਹੈਗਾ ਆ। ਤੇ ਨਵੇਂ ਕੇਸਿਸ ਜਿਹੜੇ ਹੈਗੇ ਆ ਉਹ ਸਿਰਫ 20 ਸਾਲ ਜਾਂ 30 ਸਾਲ ਦੇ ਪੇਸ਼ੈਂਟਸ ਹੀ ਜ਼ਿਆਦਾ ਇਨਫੈਕਟ ਹੋਏ ਆ, ਜਿਹੜੇ ਕਿ ਬਹੁਤੇ ਜ਼ਿਆਦਾ ਬਿਮਾਰ ਨਹੀਂ ਹੁੰਦੇ ਬਨਿਸਬਤ ਕਿ ਜਿਹੜੇ ਓਲਡ ਪੇਸ਼ੈਂਟ ਹੁੰਦੇ ਹੈਗੇ ਆ। ਓਲਡ ਪੇਸ਼ੈਂਟ ਜਿਹੜੇ ਹੁੰਦੇ ਆ ਉਹਨਾਂ ਦੀ ਇਮਿਊਨਿਟੀ ਜਿਹੜੀ ਆ ਉਹ ਘੱਟ ਹੁੰਦੀ ਆ, ਪਰ ਜਿਹੜੇ 20-30 ਸਾਲ ਦੇ ਲੋਕ ਹੈਗੇ ਆ ਉਹਨਾਂ ਦੀ ਇਮਿਊਨਿਟੀ ਜ਼ਿਆਦਾ ਹੁੰਦੀ ਆ, ਉਹ ਜ਼ਿਆਦਾ ਵਿਦਸਟੈਂਡ ਕਿਸੇ ਵੀ ਇਨਫੈਕਸ਼ਨ ਨੂੰ ਕਰ ਸਕਦੇ ਆ। ਇਸ ਕਰਕੇ ਸਾਊਥ ਅਫਰੀਕਾ ਦੇ ਵਿੱਚ ਹਾਲੇ ਤੱਕ ਸਿਰਫ ਜਵਾਨ ਬੱਚਿਆਂ ਨੂੰ ਹੀ ਇਹ ਇਨਫੈਕਟਿਵਿਟੀ ਹੋਈ ਆ, ਸਿਆਣਿਆਂ ਨੂੰ ਬਜ਼ੁਰਗਾਂ ਨੂੰ ਹਾਲੇ ਇਹਦੀ ਇਨਫੈਕਟਿਵਿਟੀ ਨਹੀਂ ਹੋਈ। ਇਸੇ ਕਰਕੇ ਉੱਥੇ ਕੋਈ ਹਸਪੀਟਲਾਈਜੇਸ਼ਨ ਔਰ ਕੋਈ ਡੈਥ ਨਹੀਂ ਹਾਲੇ ਤੱਕ ਹੋਈ। ਹਾਲੇ ਕੀ ਕੋਈ ਨਵੇਂ ਕਰੋਨਾ ਵਾਇਰਸ ਦੇ ਵੇਰੀਐਂਟਸ ਹੋਰ ਆਉਣਗੇ? ਹਾਂ, ਇਹ ਹਮੇਸ਼ਾ ਹੀ ਵੇਰੀਐਂਟ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਕਿ ਇਹ ਮੋਟੇਸ਼ਨਾਂ ਇਹਨਾਂ ਦੀਆਂ ਹੁੰਦੀਆਂ ਰਹਿਣਗੀਆਂ ਔਰ ਨਵੇਂ ਵੇਰੀਐਂਟ ਆਉਂਦੇ ਰਹਿਣੇ ਆ। ਤੇ SARS-CoV-2 ਦੇ ਵੀ ਹਰ ਹਫ਼ਤੇ ਇੱਥੇ ਅਸੀਂ ਕਹਿੰਦੇ ਮਤਲਬ ਡਿਟੈਕਟ ਕਰਦੇ ਆ ਕਿ ਨਵੇਂ ਵੇਰੀਐਂਟ ਜਿਹੜੇ ਆ ਉਹ ਆਈ ਜਾਂਦੇ ਹੈਗੇ ਆ। ਤੇ ਪਹਿਲਾਂ ਨਾਲ ਹਾਲੇ ਫੇਰ ਵੀ ਲੋਕ ਜਿਹੜੇ ਹੈਗੇ ਆ ਉਹ ਕੋਵਿਡ-19 ਦੇ ਜਿਹੜੇ ਦੋ ਡੋਜ਼ਿਸ ਤੋਂ ਬਾਅਦ ਵੀ ਹੋ ਸਕਦੇ ਆ ਬਿਮਾਰ। ਹਾਂ, ਹੋ ਸਕਦੇ ਆ। ਜਿਹੜਾ ਕੋਈ ਵੀ ਵੈਕਸੀਨ ਜਿਹੜਾ ਹੈਗਾ ਆ ਉਹ 100% ਪ੍ਰੋਟੈਕਟਿਵ ਨਹੀਂ ਹੈ। ਜਿਨ੍ਹਾਂ ਨੇ ਵੈਕਸੀਨ ਲਏ ਹੋਏ ਵੀ ਆ ਉਹਨਾਂ ਨੂੰ ਵੀ ਕੋਵਿਡ ਹੋ ਸਕਦਾ ਹੈਗਾ ਆ, ਪਰ ਉਹਨਾਂ ਦੇ ਵਿੱਚ ਹਸਪੀਟਲਾਈਜੇਸ਼ਨ ਨਹੀਂ ਹੋਏਗੀ, ਉਹਨਾਂ ਨੂੰ ਸੀਵੀਅਰ ਡਿਜ਼ੀਜ਼ ਨਹੀਂ ਹੋਏਗੀ ਔਰ ਡੈਥ ਨਹੀਂ ਹੋਏਗੀ। ਇਹ ਜਿਹੜੇ ਵੈਕਸੀਨਸ ਹੈਗੇ ਆ ਉਹਨਾਂ ਦੀ ਉਹ ਗਰੰਟੀ ਦਿੰਦੇ ਹੈਗੇ ਆ। ਤੇ ਓਮਿਕਰੋਨ ਜਿਹੜਾ ਆ ਇੰਡੀਆ ਵਿੱਚ ਆ ਗਿਆ ਹੈ। ਤੇ ਪਹਿਲਾਂ ਦੀ ਜਿਹੜੀ ਖਬਰ ਹੈ ਉਹਦੇ ਵਿੱਚ ਤਾਂ ਹੈ ਕਿ ਕੋਈ ਵੀ ਹਾਲੇ ਕੇਸ ਨਹੀਂ ਹੈ, ਪਰ ਅੱਜ ਦੀ ਅਖਬਾਰ ਦੇ ਵਿੱਚ ਖਬਰ ਸੀ ਕਿ ਸਾਊਥ ਦੇ ਵਿੱਚ 2-3 ਕੇਸ ਜਿਹੜੇ ਹੈਗੇ ਆ ਉਹ ਡਿਟੈਕਟ ਹੋਏ ਹੈਗੇ ਆ। ਤੇ ਕੋਈ ਐਸੀ ਵੱਡੀ ਗੱਲ ਨਹੀਂ ਹੈ ਕਿ ਇਹ ਇੰਡੀਆ ਦੇ ਵਿੱਚ ਆ ਜਾਵੇ, ਤੇ ਡਰਨ ਵਾਲੀ ਕੋਈ ਐਸੀ ਖਾਸ ਗੱਲ ਨਹੀਂ ਹੈ। ਇੰਡੀਆ ਵਿੱਚ ਕੋਵਿਡ ਜਿਹੜਾ ਆਲਰੇਡੀ ਹੈ ਉਹ ਕੀ ਇਨਕਰੀਜ਼ ਕਰਦਾ? ਹਾਂ, ਇੰਡੀਆ ਮੰਡੇ 29 ਨਵੰਬਰ ਦੀ ਰਿਪੋਰਟ ਹੈਗੀ ਆ ਕਿ 8309 ਕਰੋਨਾ ਵਾਇਰਸ ਦੇ ਕੇਸਿਸ ਸੀ, ਜਿਹੜੇ ਵਿੱਚ 236 ਉਹਨਾਂ ਦੀਆਂ ਡੈਥਸ ਹੋਈਆਂ ਆ 24 ਘੰਟਿਆਂ ਦੇ ਵਿੱਚ। ਤੇ ਯੂਨੀਅਨ ਹੈਲਥ ਮਿਨਿਸਟਰੀ ਦਾ ਡਾਟਾ ਇਹ ਕਹਿ ਰਿਹਾ ਹੈਗਾ ਆ। ਤੇ ਸਿੰਗਲ ਡੇ ਰਿਕਵਰੀ ਸਟੂਡ ਐਟ 9,905 ਜਿਹੜੇ ਹੈਗੇ ਆ ਐਕਟਿਵ ਕੇਸਿਸ ਸੀ, ਜਿਹੜੇ ਕਿ 1832 ਡਿਕਲਾਈਨ ਤੇ ਪਹੁੰਚ ਗਏ ਆ। ਕੋਵਿਡ ਬੂਸਟਰ ਜਿਹੜੇ ਸ਼ਾਟਸ ਵਰਕ ਕਰਦੇ ਆ? ਹਾਂ। ਇਫ ਵੀ ਨੀਡ ਬੂਸਟਰ ਸ਼ਾਟ ਵੈਕਸੀਨ ਵਰਕਿੰਗ? ਹਾਂ, ਯੈਸ। ਜਿਹੜੇ ਕੋਵਿਡ ਦੇ ਬੂਸਟ ਡੋਜ਼ ਜਿਹੜਾ ਲੈਂਦੇ ਆ, ਜਿਨ੍ਹਾਂ ਨੇ 2 ਲਈਆਂ ਆ ਜਾਂ ਉਹਨਾਂ ਦੇ ਵਿੱਚ ਤੀਜੀ ਡੋਜ਼ ਦੇਣੀ ਆ, ਉਹ ਵਰਕ ਕਰਦੇ ਆ, ਕਿਉਂਕਿ ਉਹ ਸੀਵੀਅਰ ਇਲਨੈਸ, ਹਸਪੀਟਲਾਈਜੇਸ਼ਨ ਤੇ ਡੈਥ ਨੂੰ ਜਿਹੜੇ ਆ ਰੋਕਦੇ ਹੈਗੇ ਆ। 3 ਡੋਜ਼ ਜਿਹੜੀਆਂ ਹੈਗੀਆਂ ਆ ਉਹ ਵੀਕਐਂਡ ਇਮਿਊਨ ਸਿਸਟਮ ਵਾਲਿਆਂ ਨੂੰ ਲੈ ਲੈਣੀਆਂ ਚਾਹੀਦੀਆਂ ਆ। ਜਿਨ੍ਹਾਂ ਦਾ ਸਿਸਟਮ ਜਿਹੜਾ ਆ ਵੀਕ ਹੈਗਾ ਆ
ਉਹਨਾਂ ਨੂੰ ਇੱਕ ਬੂਸਟ ਡੋਜ਼ ਜਿਹੜੀ ਆ ਉਹ ਮਿਲ ਜਾਏ ਤੇ ਉਹਨਾਂ ਦਾ ਜਿਹੜਾ ਇਮਿਊਨਿਟੀ ਹੈਗੀ ਆ ਉਹ ਪਹਿਲਾਂ ਨਾਲੋਂ ਸਟਰੋਂਗ ਹੋ ਸਕਦੀ ਹੈਗੀ ਆ। ਤੇ ਲੌਂਗ ਕੋਵਿਡ ਕੀ ਹੈਗਾ ਆ? ਲੌਂਗ ਕੋਵਿਡ ਉਹ ਕੰਡੀਸ਼ਨ ਹੈਗੀ ਆ ਜਿੱਥੇ ਕਿ ਜਦੋਂ ਪੇਸ਼ੈਂਟ ਨੂੰ ਕਿਸੇ ਨੂੰ ਵੀ COVID-19 ਦੀ ਡਿਜ਼ੀਜ਼ ਹੋ ਜਾਂਦੀ ਆ, ਉਸ ਤੋਂ ਬਾਅਦ ਜਿਹੜੇ ਉਹਨੂੰ ਠੀਕ ਹੋਣ ਤੋਂ ਬਾਅਦ ਵੀ ਜਿਹੜੇ ਸਿੰਪਟਮਸ ਰਹਿੰਦੇ ਆ ਕਾਫੀ ਦੇਰ, ਉਹਨੂੰ ਲੌਂਗ ਕੋਵਿਡ ਕਹਿੰਦੇ ਹੈਗੇ ਆ। ਕਿਉਂਕਿ ਕਈਆਂ ਨੂੰ ਬੁਖਾਰ ਜਿਹੜਾ ਹੈਗਾ ਉਹ ਕਾਫੀ 2-2 3-3 ਮਹੀਨੇ ਚੜਿਆ ਰਹਿੰਦਾ ਆ, ਕਈਆਂ ਨੂੰ ਕਾਫੀ ਬੁਖਾਰ ਦੇ ਇਲਾਵਾ ਹੈਡੇਕ ਰਹਿੰਦਾ ਹੈ, ਕਈਆਂ ਨੂੰ ਫਟੀਗ ਜਿਹੜੀ ਹੈ ਉਹ ਜਾਂਦੀ ਨਹੀਂ ਹੈ, ਲੋਕ ਸੁਸਤ ਬਹੁਤ ਰਹਿੰਦੇ ਹੈਗੇ ਆ। ਮੰਨ ਲਓ ਜਿਹੜਾ ਉਹਨੂੰ ਅਸੀਂ ਜਿਹੜੇ ਸਿੰਪਟਮਸ ਕੋਵਿਡ ਠੀਕ ਹੋਣ ਤੋਂ ਬਾਅਦ ਵੀ ਰਹਿਣ, ਉਹਨਾਂ ਨੂੰ ਲੌਂਗ ਕੋਵਿਡ ਕਹਿੰਦੇ ਆ। ਜਿਹੜੀਆਂ ਹੋਰ ਟਰਮਸ ਹੈਗੀਆਂ ਆ ਉਹ ਹੈ ਲੌਂਗ ਕੋਵਿਡ, ਪੋਸਟ ਕੋਵਿਡ ਕਹਿ ਦਿੰਦੇ ਆ, ਪੋਸਟ ਅਕਿਊਟ ਕੋਵਿਡ ਕਹਿ ਦਿੰਦੇ ਆ, ਲੌਂਗ ਟੇਲ ਕੋਵਿਡ ਕਹਿ ਦਿੰਦੇ ਆ, ਲੌਂਗ ਹਾਲ ਕੋਵਿਡ ਕਹਿ ਦਿੰਦੇ ਆ। ਇਸ ਤਰ੍ਹਾਂ ਦੀਆਂ ਟਰਮਸ ਜਿਹੜੀਆਂ ਆ ਉਹ ਯੂਜ਼ ਕਰਦੇ ਆ ਅਸੀਂ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਸਿੰਪਟਮਸ ਕਾਫੀ ਦੇਰ ਤੱਕ 2-2 3-3 4-4 5-5 6-6 ਮਹੀਨੇ ਤੱਕ ਕੋਵਿਡ ਹੋਣ ਤੋਂ ਬਾਅਦ ਨਹੀਂ ਜਾਂਦੇ। ਜਿਹੜੇ ਲੌਂਗ ਕੋਵਿਡ ਦੇ ਕੇਸ ਹੈ ਉਹ ਦੈਮਸੈਲਵਸ ਇਹ ਕਹਿੰਦੇ ਆ ਕਿ ਅਸੀਂ ਲੌਂਗ ਹੌਲਰਸ ਹੈਗੇ ਆ, ਹੌਲਰਸ, ਲੌਂਗ ਹੌਲਰਸ ਵੀ ਨਾ ਉਹਨਾਂ ਨੂੰ ਦਿੰਦੇ ਆ। ਪਹਿਲਾ ਕੋਵਿਡ ਜਿਹੜਾ ਸੀ ਉਹ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੁਹਾਨ ਚਾਈਨਾ ਦੇ ਵਿੱਚ ਹੋਇਆ ਸੀ ਓਰੀਜੀਨੇਟ, ਤੇ ਓਰੀਜਨਲ ਸੋਰਸ ਜਿਹੜਾ ਸੀ ਟ੍ਰਾਂਸਮਿਸ਼ਨ ਦਾ ਹਿਊਮਨ ਸੀ, ਤੇ ਇਹ ਵਾਇਰਸ ਜਿਹੜਾ ਸੀ ਪੈਥੋਜੈਨਿਕ ਸੀਗਾ। ਕੋਵਿਡ ਕਿੰਨੀਆਂ ਸਰਫੇਸਿਸ ਜਿਹੜੀਆਂ ਆ ਉਹਨਾਂ ਦੇ ਉੱਤੇ ਕਿੰਨੇ ਦੇਰ ਰਹਿ ਸਕਦਾ ਹੈ, ਇਹ ਹੈ ਰੀਸੈਂਟ ਰਿਸਰਚ ਜਿਹੜੀ ਐਵੈਲੂਏਟ ਕੀਤਾ ਹੈ ਉਹਨਾਂ ਨੇ ਕਿ COVID-19 ਦਾ ਜਿਹੜਾ ਵਾਇਰਸ ਆ ਡਿਫਰੈਂਟ ਸਰਫੇਸਿਸ ਦੇ ਉੱਤੇ ਇਹ ਜਿਸ ਤਰ੍ਹਾਂ ਕਿ 72 ਆਵਰਸ 72 ਘੰਟੇ ਪਲਾਸਟਿਕ ਤੇ ਸਟੇਨਲੈਸ ਸਟੀਲ ਦੇ ਉੱਤੇ ਜਿੰਦਾ ਰਹਿ ਜਾਂਦਾ ਹੈਗਾ ਆ, ਤੇ 4 ਘੰਟੇ ਤੱਕ ਕਾਪਰ ਦੇ ਸਰਫੇਸ ਦੇ ਉੱਤੇ ਰਹਿ ਜਾਂਦਾ ਆ, ਤੇ ਅਪ ਟੂ 24 ਘੰਟੇ ਕਾਰਡਬੋਰਡ ਜਿਹੜਾ ਹੈਗਾ ਉਹਦੇ ਉੱਤੇ ਇਹ ਜਿੰਦਾ ਰਹਿ ਸਕਦਾ ਹੈਗਾ ਆ। ਤੇ ਇਹ ਕੁਐਸਚਨ ਕੀਤਾ ਸੀ ਕਿ ਕੀ ਜਦੋਂ ਅਸੀਂ ਤੈਰਦੇ ਆ ਤਾਂ ਕੋਵਿਡ ਅਸੀਂ ਇਨਫੈਕਟ ਹੋ ਸਕਦੇ ਆ? ਜਿਹੜਾ ਕੋਵਿਡ ਹੈਗਾ ਆ ਉਹ ਪਾਣੀ ਦੇ ਨਾਲ ਨਹੀਂ ਟ੍ਰਾਂਸਮਿਟ ਹੁੰਦਾ, ਤੇ ਇਸ ਕਰਕੇ ਸਵਿਮਿੰਗ ਨਾਲ ਨਹੀਂ ਹੋ ਸਕਦਾ। ਪਰ ਜਦੋਂ ਤੁਸੀਂ ਸਵਿਮਿੰਗ ਪੂਲ ਦੇ ਉੱਤੇ ਕਿਸੇ ਦੇ ਨਾਲ ਮਿਲਦੇ ਆ ਜਾਂ ਹੱਥ ਮਿਲਾਉਂਦੇ ਆ ਜਾਂ ਕੰਟੈਕਟ ਦੇ ਵਿੱਚ ਆਉਂਦੇ ਆ, ਉਦੋਂ ਤੁਸੀਂ ਇਹ ਵਾਇਰਸ ਨੂੰ ਕੰਟੈਕਟ ਇਨਫੈਕਟ ਹੋ ਸਕਦੇ ਹੈਗੇ ਆ। ਤੇ ਇਸ ਲਈ ਤੁਸੀਂ ਕੀ ਕਰ ਸਕਦੇ ਹੈਗੇ ਆ? ਇੱਕ ਤਾਂ ਜਿਹੜੀਆਂ ਕਰਾਊਡਸ ਹੈਗੀਆਂ, ਜੇ ਤਲਾਵਾਂ ਦੇ ਉੱਤੇ ਜਾਂ ਜਿੱਥੇ ਤੁਸੀਂ ਸਵਿਮਿੰਗ ਕਰਦੇ ਹੈਗੇ ਆ ਉੱਥੇ 1 ਮੀਟਰ ਦਾ ਡਿਸਟੈਂਸ ਰੱਖਣਾ ਚਾਹੀਦਾ ਹੈਗਾ ਆ। ਤੇ ਜਦੋਂ ਤੁਸੀਂ ਸਵਿਮਿੰਗ ਏਰੀਆ ਦੇ ਵਿੱਚ ਹੈਗੇ ਆ ਤੇ ਫਿਰ ਮਾਸਕ ਪਾਉਣਾ ਚਾਹੀਦਾ ਹੈਗਾ ਆ, ਤੇ ਪਾਣੀ ਦੇ ਵਿੱਚ ਜਦੋਂ ਨਹੀਂ ਹੈਗੇ ਤੇ ਹੱਥ ਆਪਣੇ ਜਿਹੜੇ ਹੈਗੇ ਆ ਫ੍ਰੀਕੁਐਂਟਲੀ ਵਾਸ਼ ਕਰਨੇ ਚਾਹੀਦੇ ਆ। ਆਪਣਾ ਸਨੀਜ਼ ਔਰ ਕਫ ਜਿਹੜੀ ਜਦੋਂ ਖਾਂਸੀ ਆਉਂਦੀ ਆ ਤੇ ਉਹਨੂੰ ਟਿਸ਼ੂ ਨਾਲ ਜਾਂ ਆਪਣੀ ਐਲਬੋ ਦੇ ਨਾਲ ਰੋਕਣਾ ਚਾਹੀਦਾ ਹੈਗਾ ਆ। ਤੇ ਜੇ ਤੁਸੀਂ ਅਨਵੈਲ ਹੋ ਤੇ ਠੀਕ ਨਹੀਂ ਹੋ ਤਾਂ ਤੁਹਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਆਪਣੇ ਘਰ ਦੇ ਵਿੱਚ ਸੁਰੱਖਿਅਤ ਰਹਿਣਾ ਚਾਹੀਦਾ ਹੈਗਾ ਆ। ਕਿਹੜੇ ਬੰਦੇ ਹਾਈ ਰਿਸਕ ਆ ਜਿਹੜੇ ਕਿ ਸੀਰੀਅਸ ਇਲਨੈਸ ਕੋਵਿਡ ਤੋਂ ਹੋ ਸਕਦੇ ਆ? ਜਿਹੜੇ ਕਿ 올ਡਰ ਪੀਪਲ ਹੈਗੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੈਗੀ ਆ, ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਆ ਤੇ ਉਹ ਜ਼ਿਆਦਾ ਵਲਨਰੇਬਲ ਹੁੰਦੇ ਆ। ਜਿਹੜੇ ਜਿਨ੍ਹਾਂ ਨੂੰ ਆਲਰੇਡੀ ਮੈਡੀਕਲ ਪ੍ਰੋਬਲਮਸ ਹੈਗੀਆਂ ਆ, ਜਿੱਦਾਂ ਕਿ ਕਈਆਂ ਨੂੰ ਕਾਰਡੀਓਵੈਸਕੂਲਰ ਡਿਜ਼ੀਜ਼ ਹੈ, ਹਾਰਟ ਦੀ ਪ੍ਰੋਬਲਮ ਹੈਗੀ ਆ, ਡਾਇਬਟੀਜ਼ ਹੈਗੀ ਆ, ਜਾਂ ਕਈਆਂ ਨੂੰ ਸਾਹ ਦੀਆਂ ਬਿਮਾਰੀਆਂ ਹੈਗੀਆਂ, ਐਸਥਮਾ ਹੈ, ਕ੍ਰੋਨਿਕ ਬ੍ਰੋਂਕਾਈਟਿਸ ਹੈ, ਐਮਫਾਈਸੀਮਾ ਹੈ, ਜਾਂ COPD ਹੈ, ਜਾਂ ਕੈਂਸਰ ਹੈ। ਇਹਨਾਂ ਸਾਰੀਆਂ ਸੀਰੀਅਸ ਇਲਨੈਸਿਸ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕੋਵਿਡ ਤੋਂ ਹਮੇਸ਼ਾ ਹੀ ਬਚਣਾ ਚਾਹੀਦਾ ਹੈ, ਕਿਉਂਕਿ ਉਹ ਵਲਨਰੇਬਲ ਹੈ। ਇਹਨੂੰ ਥੋੜੀ ਜਿਹੀ ਵੀ ਇਨਫੈਕਸ਼ਨ ਜਿਹੜੀ ਹੈ ਉਹਨਾਂ ਨੂੰ ਘਾਤਕ ਹੋ ਸਕਦੀ ਹੈਗੀ ਆ। ਸਮੋਕਰਸ ਜਿਹੜੇ ਹੈਗੇ ਆ ਉਹਨਾਂ ਨੂੰ ਬਹੁਤ ਸੀਵੀਅਰ ਸਿੰਪਟਮਸ ਹੋ ਸਕਦੇ ਆ, ਤੇ ਇਸ ਕਰਕੇ ਜਿਹੜੇ ਸਮੋਕਰਸ ਹੈਗੇ ਆ ਉਹਨਾਂ ਨੂੰ ਕੋਵਿਡ ਤੋਂ ਬਹੁਤ ਜ਼ਿਆਦਾ ਬਚਣਾ ਚਾਹੀਦਾ ਹੈ। ਕਿ ਜਿਹੜੀ ਸਮੋਕਿੰਗ ਹੈਗੀ ਆ ਇਹ ਸਾਡਾ ਲੰਗ ਫੰਕਸ਼ਨ ਜਿਹੜਾ ਹੈ ਉਹਨੂੰ ਰੁਕਾਵਟ ਪਾਉਂਦੀ ਹੈਗੀ ਆ, ਤੇ ਬੋਡੀ ਲਈ ਬਹੁਤ ਡਿਫਿਕਲਟ ਹੁੰਦਾ ਆ ਕਿ ਜਿਨ੍ਹਾਂ ਨੂੰ ਰੈਸਪੀਰੇਟਰੀ ਡਿਜ਼ੀਜ਼ਸ ਹੈਗੀਆਂ ਆ ਉਹ ਕਰੋਨਾ ਤੋਂ ਨਹੀਂ ਬਚ ਸਕਦੇ। ਤੰਬਾਕੂ ਯੂਜ਼ਰ ਜਿਹੜੇ ਹੈਗੇ ਆ ਉਹ ਹਾਇਰ ਰਿਸਕ ਦੇ ਉੱਤੇ ਹੁੰਦੇ ਆ, ਤੇ ਸਮੋਕਿੰਗ ਸਿਗਰਟਸ ਦੇ ਨਾਲ ਤੇ ਮਾਊਥ ਦੇ ਨਾਲ ਵੀ ਜਾਂ ਤੰਬਾਕੂ ਪ੍ਰੋਡਕਟਸ ਦੇ ਨਾਲ ਵੀ ਉਹ ਜਿਹੜੇ ਆ ਕੋਵਿਡ ਦਾ ਸ਼ਿਕਾਰ ਹੋ ਜਾਂਦੇ ਆ। COVID-19 ਜੇ ਸਮੋਕਰਸ ਦੇ ਵਿੱਚ ਆ ਜਾਏ
ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਹੁੰਦੀ ਆ, ਸਵੀਅਰ ਇਨਫੈਕਸ਼ਨ ਹੁੰਦੀ ਆ। ਤੇ ਜੇ ਕਿਉਂਕਿ ਉਹਨਾਂ ਦੇ ਜਿਹੜੇ ਲੰਗਸ ਹੈਗੇ ਆ ਆਲਰੇਡੀ ਕੰਪਰੋਮਾਈਜ਼ਡ ਹੁੰਦੇ ਆ, ਤਾਂ ਉਹਨਾਂ ਨੂੰ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈਗੀ ਆ। ਸਮ ਏਟੀਪੀਕਲ ਸਿੰਪਟਮ ਜਿਹੜੇ ਕੋਵਿਡ ਦੇ ਹੈ ਉਹ ਕੀ ਹੈਗੇ ਆ? ਇਹਦੇ ਵਿੱਚ ਲਾਸ ਆਫ ਸਮੈਲ, ਲਾਸ ਆਫ ਟੇਸਟ ਤੇ ਡਾਇਰੀਆ, ਇਹ 3 ਸਿੰਪਟਮ ਐਸੇ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਹੋ ਸਕਦੇ ਹੈਗੇ ਆ। ਪਰ ਇਹ ਮੈਂ ਦੱਸਣਾ ਚਾਹੁੰਦਾ ਆ ਕਿ ਜਿਨ੍ਹਾਂ ਨੂੰ ਇਹ ਸਿੰਪਟਮ ਹੁੰਦੇ ਆ ਉਹ ਸਿਰਫ ਮਾਈਲਡ ਹੁੰਦੇ ਆ, ਕਿਉਂਕਿ ਉਹ ਲੰਗਸ ਨੂੰ ਅਫੈਕਟ ਨਹੀਂ ਕਰਦੇ, ਉਹ ਸਿਰਫ ਸਾਡੇ ਗੈਸਟ੍ਰੋਇੰਟੇਸਟਾਈਨਲ ਟ੍ਰੈਕਟ ਦੇ ਵਿੱਚ ਚਲ ਜਾਂਦੇ ਆ, ਤੇ ਇਸ ਕਰਕੇ ਇਹ ਮਾਈਲਡ ਹੁੰਦੇ ਆ। ਇਸ ਕੈਟੇਗਰੀ ਦੇ ਵਿੱਚ ਇਹ ਸਿੰਪਟੋਮੈਟਿਕ ਨੂੰ ਅਸੀਂ ਕੈਰੀਅਰ ਸਮਝ ਲੈਂਦੇ ਹੈਗੇ ਆ। ਲੌਂਗੈਸਟ ਜਿਹੜੀ ਕੋਵਿਡ ਵਾਲੀ ਕੰਡੀਸ਼ਨ ਹੈਗੀ ਕਿਹੜੀ ਹੈਗੀ ਆ? ਜਦੋਂ ਯੂਵੀ ਲਾਈਟ ਦੇ ਵਿੱਚ ਕਰੋਨਾ ਵਾਇਰਸ ਬਹੁਤ ਜਲਦੀ ਮਰ ਜਾਂਦਾ ਹੈਗਾ ਆ। ਜਿੱਦਾਂ ਕਿ ਸਨਲਾਈਟ ਹੈਗੀ ਆ, ਸਨਲਾਈਟ ਦੇ ਵਿੱਚ ਜਿੰਦਾ ਨਹੀਂ ਬਹੁਤੀ ਦੇਰ ਰਹਿ ਸਕਦਾ। ਤੇ ਅਦਰ ਇਨਵੈਲਪਡ ਵਾਇਰਸ ਕਰਕੇ ਦੀ ਤਰ੍ਹਾਂ ਹੀ ਇਹ ਟੈਂਪਰੇਚਰ ਜਿਹੜੀ ਰੂਮ ਟੈਂਪਰੇਚਰ ਹੈਗੀ ਆ ਜਾਂ ਲੋਅਰ ਟੈਂਪਰੇਚਰ ਹੈਗੀ ਆ, ਰਿਲੇਟਿਵ ਹਿਊਮਿਡਿਟੀ ਜਿਹੜੀ ਆ ਲੈਸ ਦੈਨ 50% ਆ, ਉਹਦੇ ਵਿੱਚ ਜ਼ਿਆਦਾ ਟਾਈਮ ਇਹ ਸਰਵਾਈਵ ਕਰਦਾ ਹੈਗਾ ਆ। ਕੰਪਲੀਕੇਸ਼ਨ ਰਿਕਵਰਿੰਗ ਫਰੋਮ ਕੋਵਿਡ-19 ਕਿਹੜੀਆਂ ਹੈਗੀਆਂ? ਜਿਹੜੇ ਕੋਵਿਡ-19 ਦੀ ਇਲਨੈਸ ਤੋਂ ਰਿਕਵਰ ਕਰ ਜਾਂਦੇ ਆ, ਉਹ ਥੋੜ੍ਹੇ ਜਿਹੇ ਸਾਈਨ ਐਂਡ ਸਿੰਪਟਮ ਜਿਹੜੇ ਆ, ਫਟੀਗ, ਜਿਨ੍ਹਾਂ ਨੂੰ ਜ਼ਿਆਦਾ ਥਕਾਵਟ ਹੁੰਦੀ ਆ, ਬੋਡੀ ਏਕ ਹੁੰਦਾ ਆ, ਕਫ ਹੁੰਦੀ ਆ, ਸੋਰ ਥਰੋਟ ਰਹਿੰਦਾ ਆ, ਤੇ ਡਿਫੀਕਲਟੀ ਇਨ ਬਰੀਥਿੰਗ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਫਟਰ ਰਿਕਵਰੀ ਜਿਹੜੀਆਂ ਹੁੰਦੀਆਂ, ਇਹ ਲੌਂਗ ਹਾਲਰਸ ਨੂੰ ਵੀ ਹੋ ਸਕਦੀਆਂ, ਕਾਫੀ ਦੇਰ ਰਹਿ ਸਕਦੀਆਂ ਹੈ। ਤੇ ਮੈਂਟਲ ਤੇ ਨਿਊਰੋਲੋਜੀਕਲ ਕੰਪਲੀਕੇਸ਼ਨਾਂ ਵੀ ਹੋ ਜਾਂਦੀਆਂ। ਹਾਂ, ਇਹਨਾਂ ਮੈਂਟਲ ਜਿੱਦਾਂ ਡਿਲੀਰੀਅਮ ਹੈ, ਐਜੀਟੇਸ਼ਨ ਹੈ, ਸਟ੍ਰੋਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਦੀ ਕੰਪਲੀਕੇਸ਼ਨਾਂ ਦੇ ਵਿੱਚ ਆ ਜਾਂਦੀਆਂ ਹੈਗੀਆਂ ਆ। ਤੇ ਹੱਥ ਸਾਨੂੰ ਕਿੱਦਾਂ ਵਾਸ਼ ਕਰਨੇ ਚਾਹੀਦੇ? ਬਹੁਤ ਸਿੰਪਲ ਤਰੀਕਾ ਹੈ। ਸੋਪ ਐਂਡ ਵਾਟਰ ਦੇ ਨਾਲ 20 ਸੈਕਿੰਡ ਸਾਨੂੰ ਆਪਣੇ ਹੱਥਾਂ ਨੂੰ ਮਲਣਾ ਚਾਹੀਦਾ ਆ, ਤੇ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਆ। ਤੇ ਜੇ ਸੋਪ ਐਂਡ ਵਾਟਰ ਨਹੀਂ ਹੈ ਤਾਂ 60 to 95% ਜਿਹੜੀ ਅਲਕੋਹਲ ਕੰਟੈਂਟ ਵਾਲੀ ਸੈਨੀਟਾਈਜ਼ਰ ਆ, ਉਹਦੇ ਨਾਲ ਸਾਨੂੰ ਹੱਥ ਆਪਣੇ ਸਾਫ਼ ਕਰ ਲੈਣੇ ਚਾਹੀਦੇ ਹੈਗੇ ਆ। ਤੇ ਸਾਈਕੋਲੋਜੀਕਲ ਪ੍ਰੋਬਲਮਸ ਵੀ ਹੋ ਜਾਂਦੀਆਂ। ਹਾਂ, ਜੇ ਇਹ ਕਾਫੀ ਦੇਖਣ ਦੇ ਵਿੱਚ ਆਇਆ ਕਿ ਕੋਵਿਡ-19 ਤੋਂ ਬਾਅਦ ਬਹੁਤ ਸਾਰੀਆਂ ਸਾਈਕੋਲੋਜੀਕਲ ਪ੍ਰੋਬਲਮ ਜਿਹੜੀਆਂ ਹੈਗੀਆਂ ਲੋਕਾਂ ਨੂੰ ਹੋ ਜਾਂਦੀਆਂ ਆ। ਉਹਦੇ ਵਿੱਚ ਕੀ ਹੁੰਦਾ ਆ ਕਿ ਮੂਡ ਜਿਹੜਾ ਹੈ ਉਹ ਲੋ ਹੋ ਜਾਂਦਾ, ਅਪਸੈਟ ਹੋ ਜਾਂਦਾ, ਟਾਇਰਡਨੈਸ ਹੋ ਜਾਂਦੀ ਆ, ਪੈਸੀਮਿਜ਼ਮ ਹੋ ਜਾਂਦਾ, ਲੋਕ ਮਤਲਬ ਨੈਗੇਟਿਵ ਥਿੰਕਿੰਗ ਹੋ ਜਾਂਦੀ ਆ, ਸਲੀਪ ਜਿਹੜੀ ਪੂਅਰ ਹੋ ਜਾਂਦੀ ਹੈ, ਐਪੀਟੇਟ ਪੂਰ ਹੋ ਜਾਂਦੀ ਆ, ਫੀਲਿੰਗ ਹੈਲਪਲੈਸ ਹੋ ਜਾਂਦੀ, ਡਿਪਰੈਸ਼ਨ ਚਲ ਜਾਂਦੇ ਆ, ਗਿਲਟੀ ਹੋ ਜਾਂਦੀ ਆ, ਹੋਪਲੈਸਨੈਸ ਹੋ ਜਾਂਦੀ ਆ, ਤੇ ਗ੍ਰੈਜੂਅਲ ਰਿਡਕਸ਼ਨ ਇਨ ਵਰਕ ਆਊਟਪੁੱਟ ਵੀ ਹੋ ਜਾਂਦਾ ਹੈ। ਓਲਡਰ ਪੀਪਲ ਜਿਹੜੇ ਆ ਜ਼ਿਆਦਾ ਵਲਨਰੇਬਲ ਹੁੰਦੇ ਆ, ਤੇ ਉਹਨਾਂ ਦੀ ਜ਼ਿਆਦਾ ਕੇਅਰ ਕਰਨੀ ਚਾਹੀਦੀ ਹੈ। ਅੱਜ ਦੀ ਕੱਲ੍ਹ ਦੀ ਅਖਬਾਰ ਦੇ ਵਿੱਚ ਇੱਕ ਪ੍ਰੋਫੈਸਰ ਸੀ ਫੋਰੈਂਸਿਕ ਕਾਨਪੁਰ ਦੇ ਵਿੱਚ, ਕੋਵਿਡ ਤੋਂ ਬਾਅਦ ਉਹਨੂੰ ਇੰਨਾ ਸਾਈਕੋਲੋਜੀਕਲ ਡਿਪਰੈਸ਼ਨ ਹੋਇਆ ਕਿ ਉਹਨ ਆਪਣੇ ਵਾਈਫ ਤੇ 2 ਬੱਚੇ ਸੀਗੇ, ਬੱਚੇ ਵੀ ਇੱਕ 21 ਸਾਲ ਦਾ ਸੀ, ਇੱਕ 18 ਸਾਲ ਦਾ ਸੀ, ਉਹਨਾਂ ਤਿੰਨਾਂ ਦੀ ਮਤਲਬ ਕਤਲ ਕਰ ਦਿੱਤਾ, ਤੇ ਆਪ ਵੀ ਉਹ ਮਤਲਬ ਘਰੋਂ ਬਾਹਰ ਚਲੇ ਗਿਆ, ਇੱਕ ਆਪਣਾ ਨੋਟ ਦੇ ਕੇ ਕਿ ਮੈਂ ਇਹ ਕਰ ਰਿਹਾ ਹੈਗਾ ਆ, ਕਿਉਂਕਿ ਓਮੀਕਰੋਨ ਜਿਹੜਾ ਵਾਇਰਸ ਹੈਗਾ ਆ ਉਹ ਹੁਣ ਆ ਗਿਆ ਹੈ, ਉਹਦੇ ਡਰ ਤੋਂ। ਇਸ ਕਰਕੇ ਇਹਨੂੰ ਜ਼ਿਆਦਾ ਦਿਮਾਗ ਦੇ ਵਿੱਚ ਨਹੀਂ ਬਿਠਾਉਣਾ ਚਾਹੀਦਾ, ਕਿਉਂਕਿ ਜਿਹੜੀ ਗੱਲ ਤੁਸੀਂ ਦਿਮਾਗ ਦੇ ਵਿੱਚ ਜ਼ਿਆਦਾ ਬਿਠਾ ਲੈਂਦੇ ਹੋ, ਫਿਰ ਉਹਦੇ ਬਾਰੇ ਸੋਚਦੇ ਰਹਿੰਦੇ ਹੋ, ਔਰ ਉਹਦੇ ਨਾਲ ਤੁਹਾਡੇ ਸਾਈਕੋਲੋਜੀਕਲੀ ਬਹੁਤ ਇਫੈਕਟ ਹੁੰਦਾ ਆ। ਔਰ ਇਸ ਕਰਕੇ ਤੁਸੀਂ ਜ਼ਿਆਦਾ ਇਸ ਦੇ ਬਾਰੇ ਨਹੀਂ ਸੋਚਣਾ ਚਾਹੀਦਾ, ਖਾਸ ਕਰਕੇ ਇਹ ਓਮੀਕਰੋਨ ਬਾਰੇ, ਕਿਉਂਕਿ ਓਮੀਕਰੋਨ ਦੇ ਹਾਲੇ ਤੱਕ ਕੋਈ ਵੀ ਇੱਦਾਂ ਦੀ ਰਿਪੋਰਟ ਨਹੀਂ ਆਈ ਜਿਹਦੇ ਵਿੱਚ ਇਹਨੂੰ ਸਿਵੀਅਰਿਟੀ ਔਰ ਇਹਦੀ ਇਨਫੈਕਸ਼ੀਅਸਨੈਸ ਔਰ ਇਹਦੇ ਨਾਲ ਡੈਥਸ ਦੀ ਜਿਹੜੀ ਖਬਰ ਸਾਡੇ ਕੋਲ ਆਈ ਹੋਵੇ। ਹਾਲੇ ਤੱਕ ਕੋਈ ਇੱਦਾਂ ਦੀ ਗੱਲ ਨਹੀਂ ਆਈ, ਇਸ ਕਰਕੇ ਇਸ ਤੋਂ ਬਹੁਤਾ ਘਬਰਾਉਣਾ ਨਹੀਂ ਚਾਹੀਦਾ। ਕਦੋਂ ਤੋਂ ਕਰੋਨਾ ਵਾਇਰਸ ਐਗਜ਼ਿਸਟ ਕਰਦਾ ਆ? 55 ਮਿਲੀਅਨ ਸਾਲ ਤੋਂ ਇਹ ਕਰੋਨਾ ਵਾਇਰਸ ਇੱਥੇ ਰਿਹਾ ਹੈ। ਕਰੋਨਾ ਵਾਇਰਸ ਕੋਈ ਨਵੀਂ ਗੱਲ ਨਹੀਂ ਹੈ, ਇਸ ਕਰਕੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਕਰੋਨਾ ਵਾਇਰਸ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੈਗੀ ਆ।
ਵੱਡੀ ਗੱਲ ਇਹ ਹੈ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰ ਲਓ। ਤੇ ਇੱਥੇ ਕਈ ਤਰ੍ਹਾਂ ਦੇ ਕਰੋਨਾ ਵਾਇਰਸ, ਉਹਦੇ ਬਾਪ, ਉਹਦੇ ਪੋਤੇ, ਉਹਦੇ ਸਭ ਕੁਝ ਚੀਜ਼ਾਂ ਆਉਣੀਆਂ ਹੈਗੀਆਂ ਆ। ਤੁਸੀਂ ਆਪਣੇ ਆਪ ਨੂੰ ਇੰਨਾ ਕੁ ਸਸ਼ਕਤ ਬਣਾ ਲਓ ਕਿ ਕੋਈ ਵੀ ਵਾਇਰਸ ਜਿਹੜਾ ਲੰਘਦਾ ਵੜਦਾ ਹੈਗਾ ਤੁਹਾਡੀ ਬੋਡੀ ਤੇ ਕੋਈ ਅਸਰ ਨਾ ਕਰੇ। ਇਸ ਕਰਕੇ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਸ ਹੈਗੀ ਆ ਇਹਨਾਂ ਕਰੋਨਾ ਵਾਇਰਸਿਸ ਨੂੰ ਨਹੀਂ ਦੇਣੀ, ਆਪਣੀ ਬੋਡੀ ਨੂੰ ਦੇਣੀ ਆ, ਤਾਂ ਕਿ ਕੋਈ ਵੀ ਕਰੋਨਾ ਲੰਘਦਾ ਵੜਦਾ ਵਾਇਰਸ ਜਿਹੜਾ ਹੈ ਉਹ ਤੁਹਾਡੇ ਤੇ ਹਮਲਾ ਨਾ ਕਰ ਸਕੇ ਔਰ ਤੁਸੀਂ ਉਹਦੇ ਤੋਂ ਸੁਰੱਖਿਅਤ ਰਹੋ। ਇਸ ਕਰਕੇ ਇਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਅੱਜ ਦੀ ਗੱਲ ਨਹੀਂ ਹੈ ਕਿ ਕਰੋਨਾ ਵਾਇਰਸ ਕੋਈ ਨਵਾਂ ਆਇਆ ਆ, ਕੋਈ 2020 ਚ ਆਇਆ ਜਾਂ 2019 ਚ ਆਇਆ। ਇਹ 55 ਮਿਲੀਅਨ ਈਅਰ ਤੋਂ ਹੀ ਇਹ ਕਰੋਨਾ ਵਾਇਰਸ ਸਾਡੇ ਕੋਲ ਹੈਗਾ ਆ ਔਰ ਇਸ ਕਰਕੇ ਇਹਨੂੰ ਤੁਸੀਂ ਬਹੁਤੀ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ। ਤੇ ਫਿਜ਼ੀਕਲੀ ਐਕਟਿਵ ਡਿਊਰਿੰਗ ਕੋਵਿਡ-19 ਕਿੱਦਾਂ ਰਹਿ ਸਕਦੇ ਆ? ਤੇ ਜੇ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਲੱਗ ਵੀ ਜਾਂਦੀਆਂ ਔਰ ਤੁਸੀਂ ਕੋਈ ਸਮਾਲ ਕਮਰੇ ਦੇ ਵਿੱਚ ਹੈਗੇ ਆ ਤਾਂ ਉੱਥੇ ਵੀ ਵਾਕ ਕਰਨੀ ਨਾ ਛੱਡੋ। ਜਿਹੜੀ ਸਮਾਲ ਪਲੇਸਿਸ ਦੇ ਵਿੱਚ ਹੈਗੀ ਆ, ਵਾਕਿੰਗ ਅਰਾਊਂਡ ਤੇ ਵਾਕਿੰਗ ਔਨ ਦਾ ਸਪੌਟ ਵੀ ਕਰੀ ਜਾਓ। ਉਹ ਤੁਹਾਡੇ ਰਿਮੇਨ ਐਕਟਿਵ ਰਹਿਣ ਦੇ ਵਿੱਚ ਕਾਫੀ ਮਦਦ ਕਰੇਗੀ। ਤੇ ਜੇ ਤੁਹਾਨੂੰ ਉਹ ਕੋਈ ਕਾਲ ਆ ਗਈ ਆ ਤਾਂ ਖੜੇ ਹੋ ਕੇ ਤੁਸੀਂ ਉਹਨੂੰ ਸੁਣੋ, ਬੈਠੇ ਬੈਠੇ ਨਾ ਉਹਨੂੰ ਸੁਣੋ। ਤੇ ਜਦੋਂ ਵੀ ਤੁਸੀਂ ਗੱਲਬਾਤ ਕਰਦੇ ਹੈਗੇ ਆ ਉਹਨੂੰ ਖੜੇ ਹੋ ਕੇ ਗੱਲ ਕਰੋ, ਸਿਟਿੰਗ ਡਾਊਨ ਨਾ ਕਰੋ। ਇਸ ਕਰਕੇ ਤੁਹਾਡਾ ਜਿਹੜਾ ਬੋਡੀ ਹੈਗੀ ਆ ਉਹ ਐਕਟਿਵ ਰਹੇਗੀ। ਕੋਵਿਡ-19 ਟੈਸਟ ਕਿਹੜੇ ਹੈ? ਇੱਕ ਸਵੈਬ ਟੈਸਟ ਹੈ। ਸਵੈਬ ਟੈਸਟ ਜਿਹੜਾ ਕਿ ਤੁਹਾਡੇ ਨੱਕ ਦੇ ਵਿੱਚੋਂ ਔਰ ਗਲੇ ਦੇ ਵਿੱਚੋਂ ਸਵੈਬ ਲੈ ਲੈਂਦੇ ਆ। ਤੇ ਦੂਜਾ ਹੈ ਨੇਜ਼ਲ ਐਸਪੀਰੇਟ, ਜਿਹੜਾ ਕਿ ਤੁਹਾਡੇ ਸਲਾਈਨ ਸੋਲੂਸ਼ਨ ਦੇ ਨਾਲ ਪਹਿਲਾਂ ਨੱਕ ਦੇ ਵਿੱਚ ਇੰਜੈਕਟ ਕਰਕੇ ਤੇ ਬਾਅਦ ਦੇ ਵਿੱਚ ਉਹਦਾ ਜਿਹੜਾ ਐਸਪੀਰੇਟ ਹੈਗਾ ਆ ਉਹਨੂੰ ਤੁਸੀਂ ਟੈਸਟ ਕਰਵਾ ਸਕਦੇ ਹੈਗੇ। ਤੇ PCR ਕੋਵਿਡ-19 ਟੈਸਟ ਕਿਹੜਾ ਹੈ? ਬਹੁਤ ਹੀ 100% ਐਕੂਰੇਟ ਟੈਸਟ ਹੈਗਾ ਆ। ਇਹ ਪੋਲੀ ਚੇਨ ਰਿਐਕਟਿਵ ਜਿਹੜਾ ਟੈਸਟ ਹੈਗਾ ਆ, ਇਹਦੇ ਵਿੱਚ ਮਤਲਬ ਕੋਈ ਵੀ ਇਦਾਂ ਦੀ ਗੁੰਜਾਇਸ਼ ਨਹੀਂ ਹੈ ਕਿ ਤੁਸੀਂ ਇਹ ਆਪਣਾ ਵਾਇਰਸ ਜਿਹੜਾ ਆ ਉਹ ਪਕੜ ਨਾ ਸਕੋ। ਔਰ ਇਹ 골ਡ ਸਟੈਂਡਰਡ ਡਾਇਗਨੋਸਟਿਕ ਦੇ ਲਈ ਟੈਸਟ ਹੈਗਾ ਆ। ਤੇ ਮਾਸਕ ਜਿਹੜੇ ਹੈਗੇ ਆ, ਉਹ ਬਹੁਤੇ ਲੋਕ ਜਿਹੜੇ ਮਾਸਕ ਪਹਿਨਦੇ ਆ ਉਹ ਸਿਰਫ ਨੱਕ ਨਹੀਂ ਢੱਕਦੇ, ਸਿਰਫ ਮੂੰਹ ਢੱਕ ਲੈਂਦੇ ਆ। ਉਸ ਮਾਸਕ ਦਾ ਕੋਈ ਵੀ ਫਾਇਦਾ ਨਹੀਂ ਹੈ ਜਿਹੜਾ ਤੁਸੀਂ ਮੂੰਹ ਨੂੰ ਢੱਕ ਲੈਂਦੇ ਆ ਪਰ ਨੱਕ ਨੂੰ ਨਹੀਂ ਢੱਕਦੇ। ਕਿਉਂਕਿ ਜਿੰਨੇ ਵੀ ਵਾਇਰਸਿਸ ਹੈਗੇ ਆ, ਜਦੋਂ ਅਸੀਂ ਸਾਹ ਲੈਂਦੇ ਆ ਤਾਂ ਉਹ ਨੱਕ ਰਾਹੀਂ ਔਰ ਮੂੰਹ ਰਾਹੀਂ, ਦੋਨਾਂ ਰਾਹੀਂ, ਜਿੱਥੋਂ ਵੀ ਅਸੀਂ ਸਾਹ ਲਈਏ ਉੱਥੋਂ ਸਾਡੇ ਅੰਦਰ ਜਾ ਸਕਦੇ ਹੈਗੇ ਆ। ਦੂਜੀ ਚੀਜ਼ ਜਿਹੜੀ ਵੱਡੀ ਗੱਲ ਹੈਗੀ ਆ, ਮੈਂ ਬਹੁਤਿਆਂ ਦੇ ਦੇਖਿਆ ਆ ਕਿ ਜਿਹੜਾ ਮਾਸਕ ਦਾ ਬਾਹਰਲਾ ਹਿੱਸਾ ਹੈਗਾ ਆ, ਜਿਹੜਾ ਸਾਡੇ ਨਾਲ ਟੱਚ ਨਹੀਂ ਕਰਦਾ, ਉਹਨੂੰ ਟੱਚ ਕਰਨਾ ਬਹੁਤ ਹੀ ਖਰਾਬੀ ਹੈਗੀ ਆ। ਕਿਉਂਕਿ ਜਿਹੜੇ ਵਾਇਰਸਿਸ ਬਾਹਰੋਂ ਹਵਾ ਦੇ ਵਿੱਚੋਂ ਸਾਡੇ ਅੰਦਰ ਆਉਣ ਨੂੰ ਕਰਦੇ ਹੈਗੇ ਆ, ਉਹ ਨੱਕ ਦੇ ਵਿੱਚ ਤਾਂ ਨਹੀਂ ਜਾਂਦੇ ਪਰ ਬਾਹਰ ਜਿਹੜਾ ਬਾਹਰਲੀ ਸਰਫੇਸ ਹੈਗੀ ਮਾਸਕ ਦੀ ਉਹ ਰੋਕ ਲੈਂਦਾ ਹੈਗਾ ਆ। ਔਰ ਉਸ ਸਰਫੇਸ ਦੇ ਉੱਤੇ ਹੋ ਸਕਦਾ ਆ ਕਿ ਮਾਸਕ ਦੇ ਸਾਡੇ ਵਾਇਰਸ ਲੱਗੇ ਹੋਣ। ਪਰ ਜਦੋਂ ਅਸੀਂ ਹਰ ਵੇਲੇ ਮਾਸਕ ਦੇ ਬਾਹਰੋਂ ਟੱਚ ਕਰਦੇ ਰਹਿੰਦੇ ਆ ਤੇ ਇਸ ਕਰਕੇ ਅਸੀਂ ਉਹਦੀ ਇਫੈਕਟਿਵਨੈਸ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਖਤਮ ਕਰ ਦਿੰਦੇ ਹੈਗੇ ਆ। ਇਸ ਕਰਕੇ ਮੇਰੀ ਰਿਕੁਐਸਟ ਹੈਗੀ ਆ ਕਿ ਅਗਰ ਤੁਸੀਂ ਕਿਸੇ ਨੇ ਮਾਸਕ ਪਾਉਣਾ ਹੈਗਾ ਆ ਤਾਂ ਉਹਨੂੰ ਬਾਹਰੋਂ ਟੱਚ ਨਹੀਂ ਕਰਨਾ ਚਾਹੀਦਾ ਕਦੀ ਵੀ, ਔਰ ਉਹ ਹੱਥ ਬਿਲਕੁਲ ਨਹੀਂ ਉਹਨੂੰ ਲਗਾਉਣਾ ਚਾਹੀਦਾ। ਤੇ ਜਦੋਂ ਵੀ ਤੁਸੀਂ ਮਾਸਕ ਬੰਨਣਾ ਹੈਗਾ ਤਾਂ ਉਹਦੀਆਂ ਜਿਹੜੀਆਂ ਰੱਸੀਆਂ ਹੈਗੀਆਂ ਨਾਲ ਵਾਲੀਆਂ ਉਹਨੂੰ ਮਤਲਬ ਫੜ ਕੇ ਤੇ ਲਗਾਉਣਾ ਹੈ, ਨੱਕ ਦੇ ਮੂਹਰੇ ਜਾ ਕੇ ਉਹਨੂੰ ਕਦੀ ਟੱਚ ਨਹੀਂ ਕਰਨਾ। ਇਹ ਬਹੁਤ ਹੀ ਪ੍ਰੀਕਾਸ਼ਨ ਲੈਣੀ ਚਾਹੀਦੀ ਆ, ਤਦੇ ਹੀ ਤੁਹਾਡਾ ਜਿਹੜਾ ਮਾਸਕ ਹੈਗਾ ਆ ਉਹ ਸਕਸੈਸਫੁਲ ਹੋ ਸਕਦਾ ਆ। ਨਹੀਂ ਤਾਂ ਮਾਸਕ ਲਾਇਆ ਜਾਂ ਨਾ ਲਾਇਆ ਉਹਦਾ ਕੋਈ ਫਾਇਦਾ ਨਹੀਂ ਹੈ। ਤੇ ਟੈਸਟਿੰਗ ਜਿਹੜੀ ਹੈਗੀ ਆ ਕੋਵਿਡ ਨੂੰ ਟੈਸਟ ਕਰਨ ਦੇ ਲਈ ਵੇਰੀਐਂਟ ਜਿਹੜੇ ਆ ਉਹ ਨਹੀਂ ਪਤਾ ਲੱਗ ਸਕਦੇ, ਪਰ ਵਾਇਰਸ ਦਾ ਪਤਾ ਲੱਗ ਸਕਦਾ ਕਿ ਤੁਹਾਡਾ ਜਿਹੜਾ ਵਾਇਰਸ ਹੈਗਾ ਆ ਜਾਂ ਨਹੀਂ ਹੈ। ਕਿਹੜਾ ਵੇਰੀਐਂਟ ਹੈ ਉਹਦੇ ਲਈ ਹਾਲੇ ਟੈਸਟਿੰਗ ਨਹੀਂ ਹੋਈ। ਤੇ ਵੇਰੀਐਂਟ ਆਫ ਕੰਸਰਨ ਜਿਹੜਾ ਡੈਲਟਾ ਵਾਇਰਸ ਸੀ ਉਹ ਸਾਰਾ ਉਹਦਾ ਫਸਟ ਆਇਡੈਂਟੀਫਾਈਡ ਇਨ ਇੰਡੀਆ ਸੀ ਤੇ ਉਹ ਵੀ ਮੋਰ ਈਜ਼ਲੀ ਸਪਰੈਡ ਕਰਦਾ ਸੀ। ਸਵੀਅਰ ਇਲਨੈਸ ਤੇ ਡੈਥ ਸੀਗੀ ਤੇ ਉਹਦੇ ਵੈਕਸੀਨ ਜਿਹੜੇ ਹੈਗੇ ਆ ਉਹ ਬਣ ਚੁੱਕੇ ਹੈਗੇ ਆ ਔਰ ਉਹ ਇਫੈਕਟਿਵ ਵੀ ਹੈਗੇ ਆ। ਤੇ ਇਸ ਕਰਕੇ ਉਹ ਤਾਂ ਡੈਲਟਾ ਵੇਰੀਐਂਟ ਤਾਂ ਜਿਹੜਾ ਆ ਉਹ ਹੁਣ ਬਹੁਤ ਘਟ ਗਿਆ ਆ, ਪਰ ਨਵਾਂ ਵੇਰੀਐਂਟ ਇਹ ਹਰ ਵਾਰੀ ਆਈ ਜਾਣਾ ਹੈ। ਇਹ ਨਾ ਸੀ ਕਿ ਕੁਛ ਇੱਕ ਗੱਲਾਂ ਜਿਹੜੀਆਂ ਕਿ ਇਸ ਨਵੇਂ ਵਾਇਰਸ ਬਾਰੇ ਮੈਂ ਤੁਹਾਨੂੰ ਦੱਸ
ਚੁੱਕਾ ਆ, ਦੱਸ ਸਕਿਆ ਆ, ਕਿਉਂਕਿ ਇਹਦੇ ਬਾਰੇ ਜਿਹੜੀ ਨੌਲੇਜ ਹੈਗੀ ਆ ਉਹ ਬਹੁਤ ਘੱਟ ਹੈ ਹਾਲੇ, ਪਰ ਅਖਬਾਰਾਂ ਦੇ ਵਿੱਚ ਆ ਰਹੀ ਆ। ਪਰ ਖੁਸ਼ੀ ਦੀ ਗੱਲ ਇਹ ਆ ਕਿ ਇਹ ਜਿਹੜਾ ਵਾਇਰਸ ਦਾ ਨਵਾਂ ਰੂਪ ਆਇਆ ਹੈ ਉਹ ਕੋਈ ਜ਼ਿਆਦਾ ਮਤਲਬ ਵਿਰੂਲੈਂਟ ਨਹੀਂ ਹੈ, ਜ਼ਿਆਦਾ ਕੋਈ ਉਹਦਾ ਨੁਕਸਾਨ ਨਹੀਂ ਹੋਇਆ ਹਾਲੇ ਤੱਕ, ਕੋਈ ਵੀ ਡੈਥ ਨਹੀਂ ਉਹਦੇ ਕਰਕੇ ਹੋਈ, ਕਿਸੇ ਨੂੰ ਉਹਦੇ ਵਿੱਚ ਹਸਪੀਟਲ ਜਾਣ ਦਾ ਲੋੜ ਨਹੀਂ ਪਈ, ਔਰ ਸਿਰਫ ਸਵੀਅਰ ਹੈਡੇਕ, ਨੌਸ਼ੀਆ, ਵੋਮਟਿੰਗ ਤੇ ਫਟੀਗ ਜਿਹੜੀ ਹੈਗੀ ਆ ਉਹ ਹੀ ਹੋਈਆਂ ਆ। ਇਸ ਕਰਕੇ ਕੋਈ ਡਰ ਵਾਲੀ ਗੱਲ ਨਹੀਂ ਹੈ ਔਰ ਨਾ ਹੀ ਘਬਰਾਉਣ ਵਾਲੀ ਗੱਲ ਹੈਗੀ ਆ। ਇਸ ਤਰ੍ਹਾਂ ਦੇ ਜਿਹੜੇ ਵਾਇਰਸਿਸ ਹੈਗੇ ਆ ਉਹ ਲਗਾਤਾਰ ਆਉਂਦੇ ਰਹਿਣੇ ਆ ਔਰ ਚਲੇ ਜਾਂਦੇ ਰਹਿਣੇ ਆ, ਔਰ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਜ਼ਿਆਦਾ ਸੋਚਣ ਦੀ ਔਰ ਡਰਨ ਦੀ ਲੋੜ ਨਹੀਂ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਸਾਹਿਬ। ਤੇ ਜਿਵੇਂ ਡਾਕਟਰ ਸਾਹਿਬ ਆਪਣਾ ਨਵੇਂ ਤੁਸੀਂ ਸਾਰਾ ਅੱਜ ਡਿਸਕਸ ਕੀਤਾ ਹੈਗਾ ਆਪਾਂ COVID-19 ਤੇ, ਇਹਦੇ ਵੱਖਰੇ ਵੱਖਰੇ ਜਿਹੜੇ ਰੂਪ ਹੈਗੇ ਆ ਆਈ ਜਾਣੇ ਆ, ਤੇ ਮੈਨੀ ਆਫ ਈਅਰਸ ਜਿਹੜੇ ਹਲੇ ਚੱਲਣਾ ਹੈਗਾ ਸਿਲਸਿਲਾ, ਤੇ ਇਹਦੇ ਲਈ ਆਪਾਂ ਰਿਚ ਡਾਈਟ ਕਿਹੜੀ ਲੈ ਸਕਦੇ ਆ, ਥੋੜਾ ਪਲੀਜ਼ ਗਾਈਡ ਕਰੋ। ਰਿਚ ਡਾਈਟ ਤਾਂ ਜਿੰਨੀਆਂ ਵੀ ਸਾਡੀਆਂ ਕਰੋਨਿਕ ਬਿਮਾਰੀਆਂ ਹੈ ਉਹਨਾਂ ਲਈ, ਸਾਰਿਆਂ ਦੇ ਲਈ ਇੱਕੋ ਹੀ ਰਿਚ ਡਾਈਟ ਹੈਗੀ ਆ ਕਿ ਇਹ ਜਿਹੜਾ ਡਾਈਟ ਹੈਗਾ ਆ ਸਾਡਾ ਲਾਈਵ ਫੂਡ ਹੋਵੇ, ਜਿਹੜਾ ਮਤਲਬ ਨੈਚੁਰਲ ਹੋਵੇ ਔਰ ਪ੍ਰੋਸੈਸਡ ਨਾ ਹੋਵੇ, ਪੈਕੇਜਡ ਨਾ ਹੋਵੇ, ਔਰ ਜਿਹੜਾ ਨਿਊਟ੍ਰੀਸ਼ੀਅਸ ਹੋਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹੀ ਹੈ, ਤੇ ਹਰ ਬਿਮਾਰੀ ਦੇ ਲਈ ਉਹੀ ਸਾਨੂੰ ਇਮਿਊਨਿਟੀ ਨੂੰ ਮਤਲਬ ਵਧਾਉਂਦੀਆਂ ਆ, ਉਹੀ ਸਾਡੀ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦੀ ਆ, ਉਹੀ ਸਾਡੇ ਸਰੀਰ ਨੂੰ ਵਧਣ ਫੁੱਲਣ ਦੇ ਵਿੱਚ ਸਹਾਇਤਾ ਦਿੰਦੀ ਆ। ਸੋ ਇਸ ਕਰਕੇ ਨੈਚੁਰਲ ਫੂਡ ਜਿਹੜੇ ਹੈਗੇ ਆ, ਲਾਈਵ ਫੂਡ ਆ, ਪਲਾਂਟ ਬੇਸਡ ਫੂਡ ਹੈਗੇ ਆ, ਨਿਊਟ੍ਰੀਸ਼ੀਅਸ ਹੈਗੇ ਆ, ਉਹੀ ਸਾਰੇ ਫੂਡ ਜਿਹੜੇ ਹੈਗੇ ਆ ਉਹ ਸਾਨੂੰ ਵਰਤਣੇ ਚਾਹੀਦੇ ਆ। ਜੀ ਡਾਕਟਰ ਸਾਹਿਬ, ਥੈਂਕ ਯੂ। ਡਾਕਟਰ ਸਾਹਿਬ, ਪਾਣੀ ਦਾ ਮਤਲਬ ਕਿੰਨੀ ਕੁਆਂਟੀਟੀ ਸਾਨੂੰ ਦਿਨ ਚ ਲੈਣੀ ਚਾਹੀਦੀ ਆ, ਇਸ ਬਾਰੇ ਵੀ ਪਲੀਜ਼ ਤੁਸੀਂ ਗਾਈਡ ਕਰੋ, ਕਿਉਂਕਿ ਲੋਕੀ ਜਿਹੜੇ ਪਾਣੀ ਹੁਣ ਸਰਦੀਆਂ ਕਰਕੇ ਬਹੁਤ ਜ਼ਿਆਦਾ ਘੱਟ ਕਰ ਦਿੱਤਾ ਹੈਗਾ। ਹਾਂ, ਪਾਣੀ ਜਿਹੜਾ ਹੈ, ਹਾਈਡਰੇਸ਼ਨ ਜਿਹੜੀ ਹੈ ਉਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈਗੀ ਆ। ਪਾਣੀ ਜਿਹੜਾ ਹੈ ਉਹ ਸਾਡੇ ਬੋਡੀ ਦਾ ਜਿਹੜਾ 70% ਹਿੱਸਾ ਹੈਗਾ ਆ ਉਹ ਪਾਣੀ ਆ, ਔਰ ਸਾਡੇ ਬਲੱਡ ਦਾ 90% ਜਿਹੜਾ ਹਿੱਸਾ ਆ ਉਹ ਪਾਣੀ ਆ। ਮੈਂ ਤਾਂ ਆਪਣੇ ਮਰੀਜ਼ਾਂ ਨੂੰ ਇਹ ਕਹਿਣਾ ਹੁੰਦਾ ਕਿ ਦੇਖੋ, ਜਦੋਂ ਤੁਸੀਂ ਥੁੱਕਦੇ ਹੋ, ਤੁਹਾਡਾ ਪਸੀਨਾ ਆਉਂਦਾ ਆ, ਯੂਰੀਨ ਤੁਸੀਂ ਕਰਦੇ ਹੋ, ਟਾਇਲਟ ਕਰਦੇ ਹੋ, ਤੁਹਾਡੇ ਬੋਡੀ ਦੇ ਵਿੱਚੋਂ ਹਰ ਵੇਲੇ ਪਾਣੀ ਜਿਹੜਾ ਆ ਉਹ ਨਿਕਲਦਾ ਹੈਗਾ ਆ। ਅਗਰ ਤੁਸੀਂ ਉਹ ਪਾਣੀ ਕੰਪਨਸੇਟ ਨਹੀਂ ਕਰੋਗੇ, ਨਹੀਂ ਦੁਬਾਰਾ ਲਾਓਗੇ, ਤਾਂ ਤੁਹਾਡੀ ਬੋਡੀ ਦੇ ਵਿੱਚੋਂ ਪਾਣੀ ਨਿਕਲ ਹੀ ਜਾਏਗਾ, ਪਰ ਉਹ ਰਹੇਗਾ ਨਹੀਂ। ਇਸ ਕਰਕੇ ਜਿਹੜਾ ਤੁਹਾਡਾ ਬੋਡੀ ਦਾ ਸਰਕੂਲੇਸ਼ਨ ਹੈਗਾ ਆ ਉਹਦੇ ਵਿੱਚੋਂ ਅਗਰ ਪਾਣੀ ਅਸੀਂ ਕੱਢ ਦਈਏ ਤੇ ਤੁਹਾਡਾ ਜਿਹੜਾ ਬੋਡੀ ਦਾ ਬਲੱਡ ਹੈਗਾ ਆ ਉਹ ਕੰਸਨਟ੍ਰੇਟ ਹੋ ਜਾਏਗਾ, ਉਹਦੀ ਜਿਹੜੀ ਵਿਸਕੋਸਿਟੀ ਹੈਗੀ ਆ ਉਹ ਜ਼ਿਆਦਾ ਹੋ ਜਾਏਗੀ, ਪਤਲਾ ਜਿਹੜਾ ਖੂਨ ਆ ਉਹ ਜ਼ਿਆਦਾ ਅੱਛੀ ਤਰ੍ਹਾਂ ਸਰਕੂਲੇਟ ਕਰੇਗਾ, ਜਾਂ ਜਿਹੜਾ ਸਖਤ ਗਾੜਾ ਖੂਨ ਹੈ ਉਹ ਸਖਤ ਮਤਲਬ ਸਰਕੂਲੇਟ ਕਰੇਗਾ। ਨੈਚੁਰਲੀ ਜਿਹੜਾ ਪਤਲਾ ਖੂਨ ਹੋਏਗਾ, ਜਿਹਦੇ ਵਿੱਚ ਪਾਣੀ ਵਗੈਰਾ ਜ਼ਿਆਦਾ ਮਕਦਾਰ ਦੇ ਵਿੱਚ ਨਾਰਮਲ ਹੋਏਗਾ, ਉਹੀ ਸਰਕੂਲੇਟ ਜ਼ਿਆਦਾ ਕਰੇਗਾ, ਠੀਕ ਹੈ ਨਾ। ਤਾਂ ਇਸ ਕਰਕੇ ਉਹਦੇ ਲਈ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ ਆ। ਔਰ ਦੂਸਰੀ ਚੀਜ਼ ਇਹ ਆ ਕਿ ਸਾਡਾ ਜਿਹੜਾ ਬ੍ਰੇਨ ਹੈਗਾ ਆ ਇਹ ਵੀ 80% ਜਿਹੜਾ ਆ ਉਹ ਪਾਣੀ ਦਾ ਬਣਿਆ ਹੈਗਾ ਆ। ਔਰ ਜਦੋਂ ਸਾਡੇ ਡੀਹਾਈਡਰੇਸ਼ਨ ਹੁੰਦੀ ਆ ਤੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਬ੍ਰੇਨ ਹੈਗਾ ਆ ਉਹ ਅਫੈਕਟ ਹੁੰਦਾ ਆ। ਔਰ ਬ੍ਰੇਨ ਜਿਹੜਾ ਆ ਉਹ ਹੈਡੇਕ ਦਾ ਸਭ ਤੋਂ ਵੱਡਾ ਕਾਰਨ। ਕਿਸੇ ਵੀ ਆਦਮੀ ਨੂੰ ਜੇ ਕੋਈ ਹੈਡੇਕ ਹੋਣ ਲੱਗਦਾ ਆ ਤਾਂ ਸਭ ਤੋਂ ਪਹਿਲਾਂ ਉਹਨੂੰ ਇਹ ਦੇਖਣਾ ਚਾਹੀਦਾ ਕਿ ਉਹਦਾ ਜਿਹੜਾ ਪਾਣੀ ਦਾ ਲੈਵਲ ਹੈਗਾ ਆ ਉਹ ਕਿੰਨਾ ਹੈਗਾ ਆ। ਔਰ ਇਸ ਕਰਕੇ ਜਦੋਂ ਵੀ ਹੈਡੇਕ ਹੋਵੇ ਉਹਨੂੰ 2 ਗਲਾਸ 2.5 ਗਲਾਸ ਜ਼ਰੂਰ ਪਾਣੀ ਦੇ ਉਸ ਵੇਲੇ ਪੀ ਲੈਣੇ ਚਾਹੀਦੇ ਆ, ਤੇ ਉਹ ਉਸੇ ਕਿਸੇ ਵੀ ਗੋਲੀ ਤੋਂ ਬਿਨਾਂ, ਔਰ ਪਾਣੀ ਦੇ ਨਾਲ ਹੀ ਉਹਦਾ ਹੈਡੇਕ ਜਿਹੜਾ ਹੈਗਾ ਆ ਉਹ ਠੀਕ ਹੋ ਸਕਦਾ ਆ। ਕਿਉਂਕਿ ਹੈਡੇਕ ਦਾ ਸਭ ਤੋਂ ਫੋਰਮੋਸਟ ਕਾਰਨ ਜਿਹੜਾ ਹੈਗਾ ਆ ਉਹ ਡੀਹਾਈਡਰੇਸ਼ਨ ਹੈਗੀ ਆ। ਸੋ ਇਸ ਕਰਕੇ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈਗਾ। ਅਸੀਂ ਬਾਹਰੋਂ ਤਾਂ ਨਹਾ ਕੇ ਆਪਣੀ ਸਫਾਈ ਕਰ ਲੈਂਦੇ ਆ, ਤੇ ਅੰਦਰੋਂ ਸਫਾਈ ਕਰਨ ਦੇ ਲਈ ਸਾਨੂੰ ਪਾਣੀ ਦੀ ਜ਼ਰੂਰਤ ਹੈਗੀ ਆ, ਜਿਹੜੀ ਕਿ ਸਾਨੂੰ ਪਾਣੀ ਪੀ ਕੇ ਹੀ
ਚਾਹ ਵਗੈਰਾ ਜਾਂ ਹੋਰ ਚੀਜ਼ਾਂ ਬੈਵਰੇजेस ਲੈ ਕੇ ਅਸੀਂ ਪਾਣੀ ਦਾ ਕਾਪਾ ਜਿਹੜਾ ਪੂਰਾ ਨਹੀਂ ਕਰ ਸਕਦੇ। ਸਿਰਫ ਉਹ ਸਾਨੂੰ ਸਾਫ਼ ਤੇ ਸੁਥਰਾ ਪਾਣੀ ਆਰਓ ਵਾਲਾ ਉਹ ਹੀ ਪੀਣਾ ਚਾਹੀਦਾ ਹੈ, ਜਿਹੜਾ ਕਿ ਸਾਡੀ ਬਾਡੀ ਨੂੰ ਠੀਕ ਤੰਦਰੁਸਤ ਰੱਖ ਸਕੇ। ਔਰ ਇਹਦੀ ਕੁਆਂਟੀਟੀ ਇੰਨੀ ਕੁ ਹੈਗੀ ਆ ਕਿ 8-10 ਗਲਾਸ ਸਾਨੂੰ ਡੇਲੀ ਲੈਣੇ ਚਾਹੀਦੇ ਹੈਗੇ। ਜੀ ਡਾਕਟਰ ਸਾਹਿਬ, ਥੈਂਕ ਯੂ। ਡਾਕਟਰ ਸਾਹਿਬ, ਇੱਕ ਮੈਨੂੰ ਪਲੀਜ਼ ਇਹ ਦੱਸਣਾ, ਜਿਵੇਂ ਕਿ ਆਰਓ ਦਾ ਪਾਣੀ ਤਾਂ ਜਿਹੜਾ ਆਪਾਂ ਪੀਂਦੇ ਆ, ਜਿਵੇਂ ਆਪਾਂ ਮਟਕੇ ਦਾ ਪਾਣੀ ਵੀ ਸੁਜੈਸਟ ਕਰਦੇ ਆ, ਤੇ ਇਹ ਵੀ ਆਪਾਂ ਲੈ ਸਕਦੇ ਹਾਂ? ਹਾਂ, ਮਟਕੇ ਦਾ ਪਾਣੀ ਵੀ ਲੈ ਸਕਦੇ ਆ, ਪਰ ਗੱਲ ਵੱਡੀ ਜਿਹੜੀ ਹੈਗੀ ਆ ਆਰਓ ਦਾ, ਮੈਂ ਕਿਸ ਤਰ੍ਹਾਂ ਕਹਿਣਾ ਆ ਕਿ ਅੱਜ ਕੱਲ ਸਾਡੇ ਜ਼ਮੀਨ ਦੇ ਵਿੱਚ ਪੈਸਟੀਸਾਈਡ ਜਿਹੜੇ ਹੈਗੇ ਆ, ਜਿੰਨੀਆਂ ਵੀ ਅਸੀਂ ਕੀੜੇ ਮਾਰ ਦਵਾਈਆਂ ਸਾਡੇ ਫਸਲਾਂ ਦੇ ਵਿੱਚ ਪੈਂਦੀਆਂ ਆ, ਉਹ ਸਾਰੀਆਂ ਸਾਡੇ ਜ਼ਮੀਨ ਦੇ ਵਿੱਚ ਨੀਚੇ ਚਲੇ ਗਈਆਂ ਆ। ਨੀਚਾ ਜਿਹੜਾ ਲੈਵਲ ਹੈਗਾ ਆ ਉਹਦੇ ਵਿੱਚ ਪਾਣੀ ਦੇ ਵਿੱਚ ਇਹ ਸਾਰੀਆਂ ਘੁਲ ਗਈਆਂ ਹੈਗੀਆਂ ਆ। ਔਰ ਇਹ ਜਿੰਨੀਆਂ ਵੀ ਜ਼ਹਿਰਾਂ ਹੈਗੀਆਂ ਆ, ਇਹ ਸਾਰੀਆਂ ਜ਼ਹਿਰਾਂ ਜਿਹੜੀਆਂ ਹੈਗੀਆਂ, ਜਦੋਂ ਅਸੀਂ ਹੁਣ ਪਾਣੀ ਕੋਈ ਵੀ ਪਾਣੀ ਪੀਂਦੇ ਆ ਤਾਂ ਉਹਦੇ ਵਿੱਚ ਮਿਲ ਜਾਂਦੀਆਂ ਹੈਗੀਆਂ ਆ। ਉਹ ਫਿਰ ਸਾਡੀ ਬਾਡੀ ਨੂੰ ਨੁਕਸਾਨ ਕਰਦੀਆਂ ਹੈਗੀਆਂ ਆ। ਪਰ ਪਹਿਲਾਂ ਸੀਗੀਆਂ ਇਨਫੈਕਟਿਵਿਟੀ, ਜਿਹੜੇ ਮਤਲਬ ਜਰਮਸ ਸੀ, ਅਸੀਂ ਉਹਨਾਂ ਤੋਂ ਬਚਦੇ ਸੀ। ਪਰ ਹੁਣ ਸਾਨੂੰ ਜਿਹੜੇ ਜਰਮਸ ਤਾਂ ਅਸੀਂ ਇੰਨਾ ਨਹੀਂ, ਕਿਉਂਕਿ ਸਾਡੀ ਇਮਿਊਨਿਟੀ ਜਿਹੜੀ ਹੈਗੀ ਆ ਉਹ ਕੁਛ ਠੀਕ ਹੈਗੀ ਆ, ਪਰ ਜਿਹੜਾ ਇਹ ਜ਼ਹਿਰਾਂ ਹੈਗੀਆਂ ਆ ਇਹ ਸਾਡੀ ਬਾਡੀ ਲਈ ਬਹੁਤ ਖਰਾਬ ਹੈਗੀਆਂ। ਔਰ ਪਾਣੀ ਦੇ ਵਿੱਚੋਂ ਇਹ ਜ਼ਹਿਰਾਂ ਜਿਹੜੀਆਂ ਆ ਉਹ ਜ਼ਿਆਦਾ ਮਿਲਦੀਆਂ ਆ। ਅਗਰ ਅਸੀਂ ਇਹ ਆਰਓ ਵਾਲਾ ਪਾਣੀ ਪੀਂਦੇ ਆ ਤਾਂ ਉਹ ਜ਼ਹਿਰਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਕਿਸੇ ਦਾ ਕੋਈ ਕੁਐਸਚਨ ਹੈਗਾ ਆ ਤੇ ਪੁੱਛ ਸਕਦਾ ਆ। ਆਪਣੇ ਆਪ ਨੂੰ ਅਨਮਿਊਟ ਕਰਕੇ ਤੁਸੀਂ ਜਿਹੜਾ ਆਪਣਾ ਕੁਐਸਚਨ ਆ ਪੁੱਛ ਸਕਦੇ ਆ ਡਾਕਟਰ ਸਾਹਿਬ ਨੂੰ। ਤੇ ਡਾਕਟਰ ਸਾਹਿਬ, ਇੱਕ ਮੈਨੂੰ ਪਲੀਜ਼ ਦੱਸਿਓ, ਜਿਵੇਂ ਵਿਟਾਮਿਨ ਸੀ ਦੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ, ਤੇ ਇਹਨੂੰ ਆਪਾਂ ਅਗਰ ਸਾਨੂੰ ਕੋਈ ਡਿਸੀਜ਼ ਹੈ ਜਾਂ ਕੋਈ ਇਨਫੈਕਸ਼ਨ ਨਹੀਂ ਵੀ ਹੈ ਤਾਂ ਆਪਾਂ ਰੈਗੂਲਰ ਇਹਨੂੰ ਲੈ ਸਕਦੇ ਹਾਂ, ਤੇ ਕਿੰਨੀ ਲੈ ਸਕਦੇ ਹਾਂ? ਬਿਲਕੁਲ ਲੈ ਸਕਦੇ ਆ। ਜਿਹੜੀ ਵਿਟਾਮਿਨ ਸੀ ਹੈਗੀ ਆ, ਇਹ ਇੱਕ ਐਸੀ ਡਰੱਗ ਹੈਗੀ ਆ, ਐਸੀ ਸਾਡੀ ਲੋੜ ਹੈਗੀ ਆ, ਜਿਹੜੀ ਕਿ ਹਰ ਇੱਕ ਇਨਸਾਨ ਨੂੰ ਮਤਲਬ ਜ਼ਰੂਰੀ ਹੈਗੀ ਆ। ਸਿਰਫ ਹਿਊਮਨ ਬੀਇੰਗਸ ਔਰ ਇੱਕ ਦੋ ਹੋਰ ਸਪੀਸ਼ੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਵਿਟਾਮਿਨ ਸੀ ਹੈਗੀ ਆ ਉਹ ਲਾਸਟ ਸਟੇਜ ਦੇ ਉੱਤੇ ਨਹੀਂ ਬਣਦੀ। ਪਰ ਬਾਕੀ ਜਿੰਨੇ ਵੀ ਐਨੀਮਲਸ ਹੈਗੇ ਆ ਉਹਨਾਂ ਵਿੱਚ ਵਿਟਾਮਿਨ ਸੀ ਜਿਹੜੀ ਆ ਉਹ ਬਾਹਰੋਂ ਨਹੀਂ ਉਹਨਾਂ ਨੂੰ ਲੈਣੀ ਪੈਂਦੀ। ਉਹਨਾਂ ਦੀ ਬਾਡੀ ਜਿਹੜੀ ਆ, ਲਿਵਰ ਜਿਹੜਾ ਆ ਉਹੀ ਬਣਾਈ ਜਾਂਦਾ ਹੈਗਾ ਆ। ਉਹਨਾਂ ਵਿੱਚ ਇਹ ਐਕਸਪੈਰੀਮੈਂਟ ਤੋਂ ਪਤਾ ਲੱਗਾ ਆ ਕਿ ਜਦੋਂ ਵੀ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਆ, ਜਦੋਂ ਵੀ ਉਹਨਾਂ ਨੂੰ ਕੋਈ ਬਿਮਾਰੀ ਹੁੰਦੀ ਆ, ਤਾਂ ਵਿਟਾਮਿਨ ਸੀ ਦੀ ਜਿਹੜੀ ਸੰਖਿਆ ਹੈਗੀ ਆ ਬਾਡੀ ਦੇ ਵਿੱਚ ਬਣਨ ਦੀ, ਉਹ ਕਈ ਗ੍ਰਾਮਾਂ ਤੱਕ ਹੋ ਜਾਂਦੀ ਹੈਗੀ ਆ। ਔਰ ਇਸ ਕਰਕੇ ਅਸੀਂ ਵੀ ਉਹਦੇ ਮੁਤਾਬਕ ਉਸ ਰੇਸ਼ੋ ਦੇ ਨਾਲ ਉਨੀ ਵਿਟਾਮਿਨ ਸੀ ਜਿਹੜੀ ਆ ਆਪਣੀ ਬਾਡੀ ਦੇ ਵਿੱਚ ਬਾਹਰੋਂ ਲੈ ਸਕਦੇ ਆ, ਜਿੰਨੀ ਮਤਲਬ ਰੇਸ਼ੋ ਦੇ ਨਾਲ ਐਨੀਮਲਸ ਦੇ ਵਿੱਚ ਉਹ ਕਿਸੇ ਬਿਮਾਰੀ ਦੇ ਵਿੱਚ ਲੈਂਦੇ ਹੈਗੇ ਆ। ਤਾਂ ਇਹ ਜਿਹੜੀ ਸੰਖਿਆ ਹੈਗੀ ਆ ਇਹ ਕਾਫੀ ਗ੍ਰਾਮਾਂ ਦੇ ਵਿੱਚ ਹੋ ਜਾਂਦੀ ਹੈਗੀ ਆ। ਪਰ ਜਿਹੜਾ ਆਦਮੀ ਠੀਕ ਹੈਗਾ ਆ ਔਰ ਨਾਰਮਲ ਰਹਿਣਾ ਚਾਹੁੰਦਾ ਹੈਗਾ ਆ, ਉਹਨੂੰ ਮੇਰਾ ਇੱਕ ਸੁਜੈਸ਼ਨ ਹੈਗੀ ਆ ਕਿ 1 ਗ੍ਰਾਮ ਜਾਂ 2 ਗ੍ਰਾਮ 1 ਤੋਂ 2 ਗ੍ਰਾਮ ਵਿਟਾਮਿਨ ਸੀ ਜਿਹੜੀ ਹੈਗੀ ਆ ਉਹ ਡੇਲੀ ਲੈ ਲੈਣੀ ਚਾਹੀਦੀ ਆ। ਕਿਉਂਕਿ ਸਾਡੇ ਆਲੇ ਦੁਆਲੇ ਇੰਨੇ ਫ੍ਰੀ ਰੈਡੀਕਲਸ ਹੈਗੇ ਆ। ਫ੍ਰੀ ਰੈਡੀਕਲਸ ਦਾ ਮਤਲਬ ਇਹ ਹੈਗਾ ਕਿ ਜ਼ਹਿਰਾਂ ਸਾਡੇ ਆਲੇ ਦੁਆਲੇ ਇੰਨੀਆਂ ਹੈਗੀਆਂ ਆ ਕਿ ਸਾਨੂੰ ਹਰ ਵੇਲੇ ਇਹ ਉਹਨਾਂ ਦਾ ਟਾਕਰਾ ਕਰਨਾ ਪੈਂਦਾ ਆ। ਔਰ ਇੰਨੀਆਂ ਜ਼ਹਿਰਾਂ ਦੇ ਵਿੱਚ ਸਾਡਾ ਜਿਹੜਾ ਨੈਚੁਰਲ ਐਂਟੀਆਕਸੀਡੈਂਟ ਸਿਸਟਮ ਹੈਗਾ ਆ ਉਹ ਕਈ ਵਾਰੀ ਕੋਪ ਅਪ ਵਿਦ ਨਹੀਂ ਕਰਦਾ। ਸੋ ਇਸ ਕਰਕੇ ਉਹ ਬਾਹਰੋਂ ਅਸੀਂ ਜੇ ਲੈਂਦੇ ਰਹਿੰਦੇ ਆ ਤਾਂ ਅਸੀਂ ਉਹ ਜਿਹੜੇ ਬਾਹਰਲੇ ਹਮਲੇ ਹੈਗੇ ਆ ਜ਼ਹਿਰਾਂ ਦੇ, ਉਹਨਾਂ ਨੂੰ ਅਸੀਂ ਵਿਦਸਟੈਂਡ ਕਰ ਸਕਦੇ ਹੈਗੇ ਆ। ਸੋ ਇਸ ਕਰਕੇ ਮੈਂ ਆਪ ਵੀ 1 ਗ੍ਰਾਮ 2 ਗੋਲੀਆਂ ਵਿਟਾਮਿਨ ਸੀ ਦੀਆਂ ਡੇਲੀ ਲੈਣਾ ਆ। ਔਰ ਸਭ ਨੂੰ ਇਹ ਮਤਲਬ ਰਿਕੁਐਸਟ ਕਰਦਾ ਆ ਕਿ ਤੁਸੀਂ ਵੀ ਉਹ ਗੋਲੀਆਂ ਜਿਹੜੀਆਂ ਹੈ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਡੇਲੀ ਲੈਣੀਆਂ ਚਾਹੀਦੀਆਂ ਹੈਗੀਆਂ। ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਮੇਰੇ ਹਿਸਾਬ ਨਾਲ ਕਿਸੇ ਦਾ ਕੁਐਸਚਨ ਹੈ ਨਹੀਂ, ਕਿਉਂਕਿ ਉਹਦਾ ਵੀ ਤੁਸੀਂ ਪ੍ਰੋਪਰ ਕਲੀਅਰ ਕਰ ਦਿੱਤਾ ਹੈਗਾ ਕਿ ਨਵੇਂ ਵੇਰੀਐਂਟਸ ਦਾ ਕੀ ਹੈਗਾ ਕੀ ਨਹੀਂ। ਜੀ ਕੋਈ ਪੁੱਛਣਾ ਚਾਹੁੰਦਾ ਕੁਐਸਚਨ? ਹਾਂਜੀ ਡਾਕਟਰ ਸਾਹਿਬ ਕੋਈ ਹੋਰ ਕਿਹੜੇ ਫੂਡ ਵਿੱਚ ਵਿਟਾਮਿਨ? ਫੂਡ ਵਿੱਚ ਜਿੰਨੇ ਵੀ ਨਿੰਬੂ ਜਾਤੀ ਦੇ ਫੂਡ ਹੈਗੇ ਆ
ਉਹਨਾਂ ਵਿੱਚ ਸਾਰਿਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ। ਵੈਸੇ ਤਾਂ ਹਰ ਇੱਕ ਫਰੂਟ ਦੇ ਵਿੱਚ ਵਿਟਾਮਿਨ ਸੀ ਹੁੰਦਾ, ਹਰ ਸਬਜ਼ੀ ਦੇ ਵਿੱਚ ਵੀ ਥੋੜਾ ਬਹੁਤ ਵਿਟਾਮਿਨ, ਪਰ ਉਹ ਵਿਟਾਮਿਨ ਸੀ ਜਿਹੜੇ ਆ ਉਹ ਬਹੁਤ ਘੱਟ ਆ। ਉਹ ਸਾਡੀ ਡੇਲੀ ਰਿਕੁਆਇਰਮੈਂਟ ਦੇ ਵਿੱਚ ਜਾਂ ਜਿੰਨੀ ਕੁ ਸਾਨੂੰ ਚਾਹੀਦੀ ਹੈ ਉਹਦੇ ਨਾਲੋਂ ਬਹੁਤ ਘੱਟ ਹੈ। ਇਸ ਕਰਕੇ ਸਾਨੂੰ ਬਾਹਰੋਂ ਜਿਹੜਾ ਹੈ ਉਹ ਵਿਟਾਮਿਨ ਸੀ ਜ਼ਰੂਰ ਲੈਣਾ ਚਾਹੀਦਾ ਹੈ। ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਉਹਨੂੰ ਸੁਣੋ, ਔਰ ਜਿਹੜੇ ਕੁਐਸਚਨਸ ਹੈਗੇ ਆ ਉਹਨੂੰ ਪੁੱਛੋ, ਤਾਂ ਕਿ ਜੋ ਇਹਦਾ ਕਿ ਜਾਂ ਜਿਹੜੇ ਨਵੀਆਂ ਡਿਸੀਜ਼ ਵਾਇਰਸ ਆ ਰਹੇ ਹੈਗੇ ਇਹਨਾਂ ਬਾਰੇ ਤੇ ਪਰ ਜਿਹੜੀ ਇਨਫੋਰਮੇਸ਼ਨ ਬਾਤ ਕੀਤਾ ਆ ਡਾਕਟਰ ਸਾਹਿਬ ਸਾਨੂੰ ਤੇ ਦੇ ਰਹਿਣਗੇ। ਦੇ ਆਪਾਂ ਨੈਕਸਟ ਹੋਰ ਵੀ ਐਕਟਿਵ ਟੌਪਿਕ ਲੈ ਕੇ ਫਿਰ ਜੁੜਾਂਗੇ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ।